ਸਤਨਾਮ ਵਾਹਿਗੁਰੂ ਸਾਹਿਬ ਜੀਓ। ਕੇ ਜਗਤੰ ਕ੍ਰਿਤੀ ਹੈ, ਕੇ ਸ਼ਤਰੰ ਸ਼ਤਰੀ ਹੈ। ਕੇ ਜਗਤੰ ਕ੍ਰਿਤੀ ਹੈ, ਕੇ ਸ਼ਤਰੰ ਸ਼ਤਰੀ ਹੈ। ਕੇ ਬ੍ਰਹਮੰ ਸਰੂਪੈ, ਕੇ ਅਨੁਭਵ ਅਨੂਪੈ। ਕੇ ਆਦਿ ਅਦੇਵ ਹੈ, ਕੇ ਆਪ ਅਭੇਵ ਹੈ। ਕੇ ਚਿਤ੍ਰੰ ਬਹੀਨੈ, ਕੇ ਏਕੈ ਅਧੀਨੈ। ਕੇ ਰੋਜ਼ੀ ਰਜਾਕੈ, ਰਹੀਮੈ ਰਿਹਾਕੈ। ਕੇ ਪਾਕ ਬੇਐਬ ਹੈ, ਕੇ ਗੈਬੁਲ ਗੈਬ ਹੈ। ਕੇ ਅਫੁਵਲ ਗੁਨਾਹ ਹੈ, ਕੇ ਸ਼ਾਹਾਨ ਸ਼ਾਹ ਹੈ। ਕੇ ਕਾਰਨ ਕੁਨਿੰਦ ਹੈ, ਕੇ ਰੋਜ਼ੀ ਦਹਿੰਦ ਹੈ। ਕੇ ਰਾਜ਼ਕ ਰਹੀਮ ਹੈ, ਕੇ ਕਰਮੰ ਕਰੀਮ ਹੈ। ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ। ਕੇ ਰਾਜ਼ਕ ਰਹੀਮ ਹੈ, ਕੇ ਕਰਮੰ ਕਰੀਮ ਹੈ। ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਰਬ ਕਲਾ ਸਮਰੱਥ ਗਰੀਬ ਨਵਾਜ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਆਪ ਜੀ ਹਾਜ਼ਰੀ ਲਵਾ ਕੇ ਜੀਵਨ ਸਫਲ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਕੁਝ ਸੰਤ ਆਪ ਜੀ ਨੇ ਸਰਵਣ ਕੀਤੇ ਹਨ। ਸਤਿਗੁਰਾਂ ਨੇ ਇਹ ਬਾਣੀ ਬੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨੇੜਲੇ ਸੰਬੰਧ ਪੈਦਾ ਕਰਕੇ, ਨਜ਼ਦੀਕੀ ਸੰਬੰਧ ਬਣਾ ਕੇ ਇਹ ਸ਼ਬਦ ਉਚਾਰਨ ਕੀਤੇ, ਕਿਉਂਕਿ ਹਜ਼ੂਰ ਇੱਕ ਗੁਣ ਉਸ ਰੱਬ ਦਾ ਬਿਆਨ ਕਰਦੇ ਨੇ। ਜਦੋਂ ਉਸ ਗੁਣ ਦੀ ਵਿਖਿਆਨ ਕਰਦੇ ਨੇ, ਕਹਿੰਦੇ ਤੂੰ ਇਸ ਤੋਂ ਹੋਰ ਵੀ ਅੱਗੇ ਹੈ, ਇਸ ਤੋਂ ਹੋਰ ਅੱਗੇ ਹੈ। ਜਿਵੇਂ ਇੱਕ ਪੜਦੇ ਤੋਂ ਬਾਅਦ ਦੂਸਰਾ ਪੜਦਾ ਲਾਉਂਦੇ ਹੋਏ ਉਹਦੇ ਅਨੇਕ ਰੂਪਾਂ ਦਾ ਬਿਆਨ ਇਸ ਬਾਣੀ ਵਿੱਚ ਕਰ ਰਹੇ ਨੇ। ਅੱਜ ਦਾ ਜੋ ਸੰਤ ਹੈ ਪਹਿਲਾ
ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਕਿ ਜਗਤੰ ਕ੍ਰਿਤੀ ਹੈ। ਕ੍ਰਿਤੀ ਸ਼ਬਦ ਦਾ ਅਰਥ ਹੈ ਕਿਰਤ ਕਰਨੀ, ਕੰਮ ਕਰਨ ਵਾਲਾ, ਸਿਰਜਣਾ ਕਰਨੀ। ਜਿਵੇਂ ਆਪਾਂ ਕੰਮ ਕਰਨ ਵਾਲੇ ਨੂੰ ਕਹਿੰਦੇ ਹਾਂ ਕਿਰਤੀ ਹੈ, ਕੰਮ ਕਰਨ ਵਾਲਾ। ਹੇ ਅਕਾਲ ਪੁਰਖ, ਤੂੰ ਬਹੁਤ ਵੱਡਾ ਕਿਰਤੀ ਹੈ। ਤੂੰ ਇੰਨਾ ਵੱਡਾ ਕਿਰਤੀ ਹੈ ਕਿ ਅੱਜ ਤੱਕ ਸੰਸਾਰ ਵਿੱਚ ਕੋਈ ਮਨੁੱਖ ਇੰਨਾ ਵੱਡਾ ਕਿਰਤੀ ਨਹੀਂ ਹੋਇਆ। ਕੋਈ ਇੱਕ ਪਰਿਵਾਰ ਦੀ ਪਾਲਣਾ ਕਰਦਾ, ਕੋਈ ਇੱਕ ਪਿੰਡ ਦਾ ਪ੍ਰਬੰਧ ਕਰਦਾ, ਪਰ ਤੂੰ ਸਾਰੇ ਬ੍ਰਹਿਮੰਡ ਦੀ ਕਿਰਤ ਤੇਰੇ ਹੱਥਾਂ ਵਿੱਚ ਹੈ। ਕਿੰਨੇ ਜੀਵਾਂ ਨੂੰ ਰੋਜ਼ ਤੂੰ ਪੈਦਾ ਕਰਨ ਵਾਲਾ ਹੈ, ਕਿੰਨੇ ਜੀਵਾਂ ਨੂੰ ਰੋਜ਼ ਤੂੰ ਸੰਭਾਲਣ ਵਾਲਾ ਹੈ। ਫਿਰ ਤੂੰ ਬੜਾ ਅੰਤਰਜਾਮੀ, ਗੈਬੁਲ ਗੈਬ, ਗੁਪਤ ਰਹਿੰਦਾ ਹੈ। ਇੰਨੀ ਕਿਰਤ ਕਰਕੇ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆਉਂਦਾ। ਸਭ ਤੋਂ ਵੱਡਾ ਉਹ ਕਿਰਤ ਹੈ। ਦੋ ਚੀਜ਼ਾਂ ਨੇ ਸੰਸਾਰ ਵਿੱਚ। ਕਿਰਤ ਦਾ ਅਰਥ ਹੈ ਜਿਹੜੀ ਚੀਜ਼ ਬਣੀ ਹੋਈ ਹੈ, ਅਤੇ ਕਿਰਤ ਦੇ ਪਿੱਛੇ ਉਹਦਾ ਕਰਤਾ ਜ਼ਰੂਰ ਹੈ। ਜਿਹੜੀ ਚੀਜ਼ ਸੰਸਾਰ ਵਿੱਚ ਸਿਰਜਿਤ ਕੀਤੀ ਗਈ ਹੈ, ਬਣਾਈ ਗਈ ਹੈ, ਇੱਕ ਤਾਂ ਗੱਲ ਪੱਕੀ ਹੈ, ਕਿਉਂਕਿ ਬੰਦੇ ਦੇ ਦਿਮਾਗ ਵਿੱਚ ਕਿਰਤ ਤੇ ਉਹ ਸਮਝ ਲੈਂਦਾ ਹੈ, ਬਣੀ ਹੋਈ ਚੀਜ਼ ਨੂੰ ਤੇ ਜਾਣ ਲੈਂਦਾ ਵੀ ਇਹ ਬਣਾਈ ਗਈ ਹੈ, ਇਹ ਤੇ ਹੈ। ਕਹਿੰਦੇ ਇਹਦੇ ਸਬੂਤ ਹਨ, ਸੰਸਾਰ ਹੈ, ਧਨ ਹੈ, ਮਕਾਨ ਹੈ, ਬ੍ਰਹਿਮੰਡ ਬਣਿਆ ਹੋਇਆ। ਉਹ ਕਹਿੰਦੇ ਸੰਸਾਰ ਤੇ ਹੈ, ਇਹਦੇ ਤੇ ਸਬੂਤ ਨੇ, ਸਾਹਮਣੇ ਦਿਸ ਰਿਹਾ। ਸੰਸਾਰੀ ਬਿਰਤੀ ਜਿਹੜੀ ਹੈ ਉਹ ਸਬੂਤ ਮੰਗਦੀ ਹੈ। ਧਰਮ ਦੇ ਵਿੱਚ ਵੀ ਸਬੂਤ ਮੰਗੇ ਜਾਂਦੇ ਨੇ, ਕਿਉਂਕਿ ਬੁੱਧੀ ਨਾਲ ਆਦਮੀ ਸਮਝਣਾ ਚਾਹੁੰਦਾ ਵੀ ਮੈਨੂੰ ਦੱਸੋ, ਇਹ ਜੋ ਕੁਝ ਆਮ ਤੌਰ 'ਤੇ ਇਕੱਲੇ ਸੰਸਾਰੀਆਂ ਦੀ ਗੱਲ ਨਹੀਂ। ਜਦੋਂ ਧਾਰਮਿਕ ਜਗਤ ਵਿੱਚ ਵੀ ਬਹੁਤੇ ਲੋਕਾਂ ਦੇ ਦਿਮਾਗ ਵਿੱਚ ਇੱਕ ਗੱਲ ਅੜੀ ਰਹਿੰਦੀ ਹੈ ਕਿ ਕਈ ਵਾਰੀ ਆਪਾਂ ਸਵਾਲ ਕਰਨੇ ਆ ਵੀ ਜਿਹੜੀਆਂ ਇਹ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ ਅਸਲ ਵਿੱਚ ਹੈਣ ਕਿ ਨਹੀਂ, ਕਿ ਜਾਂ ਇਹ ਇੱਕ ਕਪੋਲ ਕਲਪਨਾ ਬਣਾਈ ਗਈ ਹੈ, ਜਾਂ ਇਹਨੂੰ ਘੜਿਆ ਗਿਆ ਹੈ, ਕਲਪਿਤ ਕੀਤਾ ਗਿਆ ਹੈ, ਮਿਥਿਆ ਗਿਆ ਹੈ, ਅਤੇ ਤਾਂ ਇਹਨੂੰ ਕਿਹਾ ਮਿਥਹਾਸ ਹੈ। ਵੀ ਬੰਦੇ ਨੇ ਸੋਚ ਸੋਚ ਕੇ ਬਣਾ ਲਿਆ ਵੀ ਕੋਈ ਰੱਬ ਹੈ, ਜਾਂ ਉਹਦਾ ਨਾਮ ਜਿਹਦੇ ਤੋਂ ਸਾਰਾ ਜਗਤ ਪੈਦਾ ਹੋਇਆ, ਜਾਂ ਉਹ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਜਾਂ ਉਹ ਸਾਰਿਆਂ ਦੀ ਪ੍ਰਤਿਪਾਲਣਾ ਕਰ ਰਿਹਾ। ਇਹ ਗੱਲਾਂ ਲਿਖੀਆਂ ਹੀ ਹੋਈਆਂ ਨੇ ਜਾਂ ਅਸਲ ਵਿੱਚ ਹੈਣ ਵੀ। ਇਹ ਧਾਰਮਿਕ ਬੰਦੇ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਫਸੀ ਰਹਿੰਦੀ ਹੈ। ਇਹਨੂੰ ਕਹਿੰਦੇ ਨੇ ਪੂਰੀ ਤਰ੍ਹਾਂ ਅੰਦਰੋਂ ਸ਼ੱਕ ਦਾ ਨਾ ਨਿਕਲਣਾ। ਇਸ ਕਰਕੇ ਇੱਕ ਪਾਸੇ ਸੰਸਾਰੀ ਨੇ ਅਤੇ ਇੱਕ ਪਾਸੇ ਗੂੜ੍ਹੇ ਧਾਰਮਿਕ, ਦੋ ਤਰ੍ਹਾਂ ਦੇ ਆਦਮੀ ਨੇ। ਇੱਕ ਪਾਸੇ ਤੇ ਗੂੜ੍ਹੇ ਸੰਸਾਰੀ, ਇੱਕ ਪਾਸੇ ਗੂੜ੍ਹੇ ਧਾਰਮਿਕ ਬੰਦੇ, ਅਤੇ ਉਹਨਾਂ ਦੇ ਵਿੱਚ ਵਿਚਾਲੇ ਦੋ ਹੋਰ ਨੇ। ਇੱਕ ਫਿੱਕੇ ਜਿਹੇ ਸੰਸਾਰੀ, ਨਾ ਤੇ ਉਹ ਸੰਸਾਰੀ ਨੇ ਨਾ ਧਾਰਮਿਕ ਨੇ। ਇੱਕ ਫਿੱਕੇ ਜਿਹਾ ਧਾਰਮਿਕ, ਉਹ ਕਦੀ ਮੰਨ ਲੈਂਦੇ ਨੇ, 2 ਦਿਨ ਸੁਣਿਆ ਅਤੇ ਮੰਨ ਲਿਆ ਵੀ ਹੈ ਕੁਝ, ਅਤੇ ਜਦੋਂ ਦੂਸਰੀ ਸੰਗਤ ਮਿਲੀ ਉਹਨਾਂ ਨੇ ਪ੍ਰਮਾਣ ਦਿੱਤੇ ਵੀ ਕੁਝ ਨਹੀਂ ਹੈ, ਸਭ ਕੁਝ ਵੈਸੇ ਹੀ ਹੈ, ਉਦੋਂ ਵਿਸ਼ਵਾਸ ਟੁੱਟ ਗਿਆ, ਕਮੀ ਆ ਗਈ। ਇਹਨੂੰ ਕਹਿੰਦੇ ਨੇ ਵਿਸ਼ਵਾਸ ਦੇ 3 ਰੂਪ। ਇੱਕ ਛਪੜੀ ਵਰਗਾ ਵਿਸ਼ਵਾਸ ਹੈ, ਇੱਕ ਦਰਿਆ ਵਰਗਾ ਵਿਸ਼ਵਾਸ ਹੈ, ਅਤੇ ਇੱਕ ਸਮੁੰਦਰ ਵਰਗਾ ਵਿਸ਼ਵਾਸ ਹੈ। 3 ਤਰ੍ਹਾਂ ਦਾ ਵਿਸ਼ਵਾਸ। ਛਪੜੀ ਵਰਗਾ ਵਿਸ਼ਵਾਸ ਜਿਹੜਾ ਉਹ ਜਲਦੀ ਜਲਦੀ, ਹੁਣ ਇੱਥੋਂ ਆਪਾਂ ਮੰਨਿਆ ਸਭ ਕੁਝ, ਰਾਹ ਵਿੱਚ ਥੋੜ੍ਹਾ ਜਿਹਾ ਕੁਝ ਕੋਈ ਇਸ ਤਰ੍ਹਾਂ ਦਾ ਮਿਲ ਗਿਆ ਜਿਹਨੇ ਕਹਿ ਦਿੱਤਾ ਵੀ ਇਹ ਸਭ ਬਕਵਾਸ ਹੈ, ਇਹ ਕੁਝ ਨਹੀਂ, ਉਸੇ ਵੇਲੇ ਸੁੱਕ ਗਿਆ, ਕਿਉਂਕਿ ਥੋੜ੍ਹਾ ਹੈ। ਛਪੜੀ ਵਿੱਚ ਦਾ ਪਾਣੀ ਜਲਦੀ ਸੁੱਕ ਜਾਂਦਾ ਹੈ। ਇੱਕ ਦੂਸਰਾ ਵਿਸ਼ਵਾਸ ਕਹਿੰਦੇ ਦਰਿਆ ਦਾ ਵਿਸ਼ਵਾਸ, ਉਹ ਥੋੜ੍ਹਾ ਜਿਹਾ ਜ਼ਿਆਦਾ ਚੱਲਦਾ, ਪਰ ਸੁੱਕਣ ਦੀ ਸੰਭਾਵਨਾ ਉਹਦੀ ਵੀ ਬਣੀ ਰਹਿੰਦੀ।
ਇੱਕ ਤੀਸਰਾ ਹੈ, ਕਹਿੰਦੇ ਸਮੁੰਦਰ ਵਰਗਾ ਵਿਸ਼ਵਾਸ ਹੈ ਜਿਹਦੇ ਸੁੱਕਣ ਦੀ ਕੋਈ ਸੰਭਾਵਨਾ ਨਹੀਂ। ਉਹ ਸਬੂਤ ਹੀ ਨਹੀਂ ਮੰਗਦਾ। ਉਹ ਇਹ ਕਹਿੰਦੇ ਨੇ ਵੀ ਕੁਝ ਦਿਖਾਓ ਤੇ ਤਾਂ ਮੰਨਾਂਗਾ। ਉਹਨੇ ਸਿਰਫ ਮੰਨ ਹੀ ਲਿਆ ਹੈ, ਮਨੌਤ ਪੱਕੀ ਹੋ ਗਈ, ਵਿਸ਼ਵਾਸ ਗੂੜਾ ਹੋ ਗਿਆ। ਜਿਹਨੂੰ ਸਤਿਗੁਰੂ ਨੇ ਇੱਕ ਬਚਨ ਕਿਹਾ ਹੈ ਕਿ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾ। ਵਿਸਾਹ ਜਿਹੜਾ ਹੈ ਉਹ ਜਿਵੇਂ ਇਸ ਤਰ੍ਹਾਂ ਬੜਾ ਡੂੰਘਾ ਵਿਸ਼ਵਾਸ, ਉਹਨੂੰ ਵਿਸਾਹ ਕਹਿੰਦੇ ਨੇ। ਅਤੇ ਸਤਿਗੁਰਾਂ ਨੇ ਇਹ ਜਿਹੜੇ ਬਚਨ ਕਹੇ ਨੇ, ਮੈਂ ਬੇਨਤੀ ਕਰ ਰਿਹਾ ਸੀ, ਇਹਦੇ ਵਿੱਚ ਇੱਕ ਗੱਲ ਕਹੀ, ਕਹਿੰਦੇ ਹੈ ਅਕਾਲ ਪੁਰਖ ਕੇ ਜਗਤੰ ਕ੍ਰਿਤੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਮੈਂ ਭਾਵੇਂ ਤੈਨੂੰ ਨਹੀਂ ਦੇਖਿਆ ਜਾਂ ਉਹਨਾਂ ਨੇ ਤੇ ਆਪ ਮਾਣਿਆ ਤੇ ਦੇਖਿਆ ਵੀ, ਪਰ ਸੰਸਾਰੀ ਬੰਦੇ ਨੂੰ ਸਮਝਾ ਰਹੇ ਨੇ। ਕਹਿੰਦੇ ਜਗਤੰ ਕ੍ਰਿਤੀ ਹੈ। ਇਹ ਜਗਤ ਜਿਹੜਾ ਅਕਾਲ ਪੁਰਖ ਦੀ ਕਿਰਤ ਹੈ, ਉਹਨੇ ਬਣਾਇਆ, ਇਹਨੂੰ ਸਿਰਜਣ ਕੀਤਾ ਇਸ ਸੰਸਾਰ ਦਾ। ਤੇ ਇੱਕ ਗੱਲ ਪੱਕੀ ਹੈ, ਜੇ ਕੋਈ ਚੀਜ਼ ਕਿਰਤ ਹੈ ਤੇ ਉਹਦਾ ਕਰਤਾ ਵੀ ਜ਼ਰੂਰ ਹੈ। ਜੇ ਕੋਈ ਚੀਜ਼ ਬਣੀ ਹੋਈ ਹੈ ਉਹਦੇ ਪਿੱਛੇ ਕਿਸੇ ਨਾ ਕਿਸੇ ਦੇ ਹੱਥ ਜ਼ਰੂਰ ਨੇ। ਤਾਂ ਅਕਾਲ ਪੁਰਖ ਦਾ ਹੋਰ ਕੋਈ ਸਬੂਤ ਨਹੀਂ। ਇੱਕ ਪਾਸੇ ਵੇਖਿਆ ਜਾਏ ਤੇ ਜਿਨ੍ਹਾਂ ਨੇ, ਕਬੀਰ ਸਾਹਿਬ ਨੇ ਕਿਹਾ, ਤੇ ਗੂੰਗੇ ਦਾ ਗੁੜ ਹੈ, ਜੇ ਖਾਧਾ ਤੇ ਪਤਾ ਲੱਗ ਗਿਆ ਤੇ ਬੋਲ ਕੇ ਕਿਹਾ ਨਹੀਂ ਜਾ ਸਕਦਾ। ਉਹਦਾ ਕੋਈ ਸਬੂਤ ਨਹੀਂ। ਜਿਨ੍ਹਾਂ ਨੇ ਮਾਣਿਆ ਹੈ, ਜਿਨ੍ਹਾਂ ਨੇ ਹੰਢਾਇਆ ਹੈ, ਇਹ ਤਾਂ ਇੱਕ ਤਰ੍ਹਾਂ ਦਾ ਤਾਪ ਹੈ, ਬੁਖਾਰ। ਧਰਮ ਜਿਹੜਾ ਜਿੰਨਾ ਚਿਰ ਚੜ੍ਹਦਾ ਨਹੀਂ, ਤੁਸੀਂ ਕਿਤਾਬ ਵਿੱਚ ਪੜ੍ਹੋ, ਕੋਈ ਡਾਕਟਰ ਵੀ ਹੈ ਜਿਹਨੇ ਤਾਪ ਬਾਰੇ ਬੜੀ ਸਟੱਡੀ ਕੀਤੀ, ਕਈ ਸਾਲ ਲਾਏ, ਉਹਨੇ ਬੜਾ ਇੱਕ ਇੱਕ ਨੁਕਤਾ ਜਾਣ ਲਿਆ ਵੀ ਇਹ ਕਿਉਂ ਚੜ੍ਹਦਾ ਤਾਪ, ਇਹਦਾ ਕੀ ਕਾਰਨ ਹੈ, ਇਹ ਕਿਉਂ ਬਣਦਾ ਹੈ, ਇਹਦੇ ਨਾਲ ਸਰੀਰ ਵਿੱਚ ਕੀ ਹਾਲਤ ਬਣਦੀ। ਤਾਂ ਸਾਧ ਸੰਗਤ ਉਹ ਵੀ ਓਨਾ ਚਿਰ ਚੰਗੀ ਤਰ੍ਹਾਂ ਨਹੀਂ ਜਾਣ ਸਕੇਗਾ ਜਿੰਨਾ ਚਿਰ ਇੱਕ ਅੱਧੀ ਵਾਰੀ ਉਹਨੂੰ ਖੁਦ ਬੁਖਾਰ ਨਾ ਚੜ੍ਹਿਆ। ਪੜ੍ਹੇ ਹੋਏ ਤੇ ਚੜ੍ਹੇ ਹੋਏ ਵਿੱਚ ਬੜਾ ਫਰਕ ਹੈ। ਇੱਕ ਨੇ ਪੜ੍ਹਿਆ ਬੁਖਾਰ ਕਿਵੇਂ ਚੜ੍ਹਦਾ, ਤੇ ਇੱਕ ਨੂੰ ਚੜ੍ਹ ਹੀ ਗਿਆ, ਉਹਨੇ ਪੜ੍ਹਿਆ ਨਹੀਂ, ਪਰ ਉਹ ਆਪ ਵਿਆਖਿਆ ਕਰਾਏਗਾ। ਜਿਹੜਾ ਚੜ੍ਹਿਆ ਹੋਇਆ ਅੰਦਰੋਂ ਉਹ ਦੱਸੇਗਾ, ਉਹਦੀ ਜ਼ੁਬਾਨ ਦੇ ਵਿੱਚੋਂ ਆਪਣੇ ਆਪ ਸ਼ਬਦ ਨਿਕਲਣਗੇ ਵੀ ਇਹ ਕੀ ਹੈ, ਕਿਵੇਂ ਦਾ ਹੈ। ਭਾਵੇਂ ਉਹਦੇ ਅੱਖਰ ਅੱਗੇ ਪਿੱਛੇ ਹੋ ਜਾਣ, ਕੋਈ ਗੱਲ ਨਹੀਂ। ਤੇ ਜਿਹੜਾ ਧਰਮ ਹੈ ਨਾ, ਇਹ ਇੱਕ ਬੁਖਾਰ ਵਰਗਾ, ਜਿਹਨੂੰ ਤੇ ਚੜ੍ਹ ਗਿਆ ਉਹਨੇ ਤੇ ਵਿਆਖਿਆ ਕਰ ਲਈ, ਠੀਕ ਹੈ। ਭਾਵੇਂ ਗਲਤ ਅੱਖਰ ਘੱਟ ਆਏ ਤਾਂ ਵੀ ਉਹ ਠੀਕ ਹੈ। ਤੇ ਬਹੁਤੇ ਲੋਕਾਂ ਨੂੰ ਤੇ ਧਰਮ ਦਾ ਬੁਖਾਰ ਕੋਈ ਨਹੀਂ ਚੜ੍ਹਦਾ। ਉਹ ਸਿਰਫ ਪੜ੍ਹਦੇ ਨੇ, ਗਾਉਂਦੇ ਨੇ, ਸੁਣਦੇ ਨੇ, ਵਿਆਖਿਆ ਕਰਦੇ ਨੇ, ਸਮਝ ਲੈਂਦੇ ਨੇ, ਕਹਿੰਦੇ ਹੋ ਗਿਆ, ਬਸ ਹੋਇਆ ਤਾਂ ਕੁਝ ਹੈ ਨਹੀਂ। ਤਾਂ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਉਹ ਤੇ ਰਾਹ ਬੜਾ ਔਖਾ ਹੈ, ਜੇ ਤੂੰ ਕਰੇਗਾ ਤੇ ਪਾਏਗਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੇ ਮੰਨ ਲਿਆ ਤੇ ਜਾਣ ਲਏਗਾ, ਜੇ ਨਾ ਮੰਨਿਆ ਤੇ ਨਹੀਂ ਜਾਣਿਆ ਜਾਏਗਾ। ਪਰ ਇੱਧਰ ਦੂਸਰਾ ਤਰੀਕਾ ਦੱਸਿਆ, ਕਹਿਣ ਲੱਗੇ ਇਹਦੇ ਵਿੱਚ ਮੰਨਣ ਦੀ ਵੀ ਲੋੜ ਨਹੀਂ, ਇਹਦੇ ਵਿੱਚ ਹੰਡਾਉਣ ਦੀ ਵੀ ਲੋੜ ਨਹੀਂ ਕਿ ਕੋਈ ਧਰਮ ਜਾਂ ਰੱਬ ਹੈ। ਇੱਕ ਬਾਹਰੀ ਸਬੂਤ ਦਿੱਤਾ ਹੈ ਵਿਗਿਆਨਕ, ਗੁਰੂ ਕਲਗੀਆਂ ਵਾਲੇ ਨੇ, ਜਿਹਦੇ ਵਿੱਚ ਕੋਈ ਸਾਧਨਾ ਦੀ ਲੋੜ ਨਹੀਂ। ਆਦਮੀ ਨੂੰ ਮੰਨਣਾ ਹੀ ਪਏਗਾ ਵੀ ਇਹਦੇ ਪਿੱਛੇ ਕੋਈ ਹੈ। ਉਹ ਕਿਹੜਾ ਸਬੂਤ ਹੈ, ਉਹ ਕਿਹੜਾ ਤਰੀਕਾ ਹੈ। ਉਹਨਾਂ ਨੇ ਕਿਹਾ ਕਿ ਜਗਤੰ ਕ੍ਰਿਤੀ ਹੈ। ਜਗਤ ਸਾਰੇ ਦੇ ਕਿੰਨੇ ਜੀਵ ਨੇ, ਇੱਕ ਤਰ੍ਹਾਂ ਦਾ ਸਵਾਲ ਕੀਤਾ ਵੀ ਇਹਨਾਂ ਨੂੰ ਬਣਾਉਣ ਵਾਲਾ ਕੌਣ ਹੈ। ਕਦੀ ਸੋਚ, ਕਿਹਨੇ ਬਣਾਇਆ ਇਸ ਨੂੰ, ਸੰਸਾਰ ਨੂੰ। ਇਹ ਸਰੀਰ ਪੈਦਾ ਕੀਤੇ ਨੇ, ਰੁੱਖ ਵੱਡੇ ਹੋ ਰਹੇ ਨੇ, ਫੁੱਲ ਖਿੜੀ ਜਾ ਰਹੇ ਨੇ, ਸੂਰਜ ਰੋਜ਼ ਚੜ੍ਹਦਾ ਹੈ, ਧਰਤੀ ਘੁੰਮ ਰਹੀ ਹੈ, ਬੱਚਾ ਵੱਡਾ ਹੋ ਰਿਹਾ ਹੈ। ਇਹ ਕਿੰਨੇ, ਸਾਰਾ ਕੁਝ ਕੌਣ ਚਲਾ ਰਿਹਾ, ਇਹਦੇ ਪਿੱਛੇ ਕੀ ਹੈ। ਤੇ ਬੰਦੇ ਦਾ ਮਨ ਸੀ ਵੀ ਉਹਨੇ ਕਿਹਾ ਵੀ ਰੱਬ ਨੂੰ ਨਹੀਂ ਮੰਨਣਾ। ਉਹਨੇ ਕਿਹਾ ਤੇ ਕੁਦਰਤ ਹੈ, ਕੁਦਰਤੀ ਹੋ ਰਿਹਾ। ਪਰ ਕੁਦਰਤ ਨੂੰ ਚਲਾਉਣ ਵਾਲਾ ਕੌਣ ਹੈ। ਕੁਦਰਤ ਤਾਂ ਕੁਝ ਹੈ ਨਾ,
ਕਰਤੇ ਕੁਦਰਤੀ ਮੁਸ਼ਤਾਕ। ਬਚਨ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿ ਹੇ ਕਰਤੇ, ਮੈਂ ਤੇਰੀ ਕੁਦਰਤ ਨੂੰ ਵੇਖ ਕੇ ਮੁਸ਼ਤਾਕ ਦਾ ਮਤਲਬ ਚਾਹਵਾਨ ਹੋਣਾ। ਮੈਂ ਤੈਨੂੰ ਤਾਂ ਨਹੀਂ ਦੇਖਿਆ, ਪਰ ਤੇਰੇ ਬਣਾਏ ਹੋਏ ਜੀਵਾਂ ਨੂੰ, ਕੁਦਰਤ ਨੂੰ, ਰੁੱਖਾਂ ਬਿਰਖਾਂ ਨੂੰ ਵੇਖ ਕੇ ਮੈਂ ਤੈਨੂੰ ਵੇਖਣ ਦਾ ਚਾਹਵਾਨ ਹੋ ਗਿਆ। ਖਿੱਚ ਪੈ ਗਈ ਵੀ ਬਣਾਉਣ ਵਾਲਾ ਕਿੰਨਾ ਵੱਡਾ ਹੋਵੇਗਾ, ਬਣੀ ਹੋਈ ਚੀਜ਼ ਬੜੀ ਵਧੀਆ ਹੈ, ਸੁੰਦਰ ਹੈ, ਖਿੱਚ ਪਾਉਂਦੀ ਹੈ। ਸੰਸਾਰ ਕਿੰਨਾ ਸੁੰਦਰ ਲੱਗਦਾ ਹੈ, ਖਿੱਚਦਾਇਕ ਹੈ, ਮੋਹ ਲੈਂਦਾ ਮਨੁੱਖ ਨੂੰ। ਤਾਂ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਸ ਸੰਸਾਰ ਦੇ ਅੰਦਰ ਇੰਨੀ ਖਿੱਚ ਹੈ, ਉਹ ਬੰਦੇ ਦੀ ਮੱਤ ਮਾਰ ਦਿੰਦਾ, ਮੋਹ ਲੈਂਦਾ, ਆਪਣੇ ਵਿੱਚ ਖਿੱਚ ਪਾਉਂਦਾ ਸੰਸਾਰ। ਤਾਂ ਇੱਕ ਚਿੱਤਰ ਇੰਨਾ ਸੋਹਣਾ ਹੈ ਤੇ ਫਿਰ ਚਿੱਤਰਕਾਰ ਕਿੰਨਾ ਮਹਾਨ ਹੋਵੇਗਾ, ਉਹਦੇ ਵਿੱਚ ਕਿੰਨੀ ਕੁ ਖਿੱਚ ਹੋਵੇਗੀ। ਗੁਰਬਾਣੀ ਵਿੱਚ ਲਿਖਿਆ ਗਿਆ ਹੈ, ਸਤਿਗੁਰੂ ਨੇ ਬਚਨ ਕੀਤੇ ਨੇ, ਰੱਬ ਦੇ ਕਈ ਨਾਮ ਲਿਖੇ, ਉਹਨਾਂ ਵਿੱਚ ਇੱਕ ਬਚਨ ਕੀਤਾ ਹੈ ਕਿ ਮਨ ਮੋਹਣਾ ਅਤ ਸੋਹਣਾ ਪ੍ਰਾਣ ਆਧਾਰਾ ਰਾਮ। ਮਨ ਨੂੰ ਮੋਹ ਲੈਣ ਵਾਲਾ, ਜਦੋਂ ਕਿਸੇ ਨੂੰ ਦਿਸਿਆ ਹੈ ਤਾਂ ਉਹਦਾ ਮਨ ਫਿਰ ਆਪਣੇ ਆਪ ਉਹਨੇ ਖਿੱਚ ਲਿਆ। ਉੱਥੇ ਫਿਰ ਮਨ ਨੂੰ ਟਿਕਾਉਣ ਦੀ ਲੋੜ ਨਹੀਂ ਰਹਿੰਦੀ, ਮਨ ਉਹਦੇ ਵਿੱਚ ਮੋਹਿਆ ਗਿਆ, ਖਿੱਚਿਆ ਗਿਆ। ਪ੍ਰੇਮ ਠਗੌਰੀ ਪਾਏ ਰਿਝਾਏ, ਮੋਹਨ ਮਨ ਮੋਹਿਆ ਜੀਓ। ਇਸ ਤਰ੍ਹਾਂ ਉਹਦਾ ਸਰੂਪ ਬੜਾ ਸੁੰਦਰ ਤੇ ਉਹ ਆਪ ਵੀ ਬੜਾ ਸੋਹਣਾ, ਤੇ ਸੰਸਾਰ ਦੀ ਕਿਰਤ ਉਹਨੇ ਬਣਾਈ ਹੈ। ਇੱਕ ਗੱਲ ਇਹਦੇ ਵਿੱਚੋਂ ਸਾਫ਼ ਹੋ ਗਈ, ਸੰਸਾਰ ਦੀ ਪੈਦਾਇਸ਼ ਜਿਹਨੇ ਕੀਤੀ ਉਹ ਆਪ ਉਹਦੇ ਪਿੱਛੇ ਹੈ। ਕੁਦਰਤ ਜਿਹਨੇ ਬਣਾਈ ਹੈ ਉਸ ਕੁਦਰਤ ਦਾ ਕਰਤਾ ਜ਼ਰੂਰ ਹੈ। ਤੇ ਸਤਿਗੁਰੂ ਇਸ ਸੰਸਾਰ ਵੱਲ ਦੇਖਦੇ ਨੇ, ਕੋਈ ਕਿਵੇਂ ਦਾ ਹੈ, ਕੋਈ ਗਰੀਬ, ਕੋਈ ਅਮੀਰ, ਕੋਈ ਪਾਪੀ ਹੈ, ਕੋਈ ਪੁੰਨੀ ਹੈ, ਕੋਈ ਗਿਆਨਵਾਨ ਹੈ, ਕੋਈ ਅਗਿਆਨੀ ਹੈ। ਇਸ ਸਾਰੇ ਬ੍ਰਹਿਮੰਡ ਨੂੰ ਦੇਖ ਕੇ ਹਜ਼ੂਰ ਉਸ ਕਰਤੇ ਨਾਲ ਜੁੜ ਕੇ ਕਹਿੰਦੇ ਕਿ ਜਗਤੰ ਕ੍ਰਿਤੀ ਹੈ। ਇਸ ਸਾਰੇ ਸੰਸਾਰ ਦੀ ਕਿਰਤ ਇਹਨੂੰ ਤੂੰ ਬਣਾਇਆ ਹੈ, ਇਹਦਾ ਤੂੰ ਸਿਰਜਣ ਕੀਤਾ ਹੈ। ਅਗਲਾ ਗੁਣ ਸਤਿਗੁਰੂ ਨੇ ਕਿਹਾ, ਇੱਕ ਤੇ ਗੁਣ ਕਹਿ ਦਿੱਤਾ, ਅੱਗੇ ਫਿਰ ਸ਼ਬਦ ਆਇਆ, ਕਹਿੰਦੇ ਸ਼ਤਰੰਗ ਛਤਰੀ ਹੈ। ਕੇ ਸ਼ਤਰੰਗ ਛਤਰੀ ਹੈ, ਹਰ ਇੱਕ ਦੇ ਅੱਗੇ ਕੇ ਸ਼ਬਦ ਜ਼ਰੂਰ ਆਏਗਾ, ਕੱਕੇ ਨੂੰ ਸਿਹਾਰੀ ਲੱਗੀ ਹੋਈ। ਇਹਦਾ ਭਾਵ ਹੈ ਕਿ ਮੈਂ ਤੇਰਾ ਇੱਕ ਰੂਪ ਦੇਖਣਾ ਵੀ ਤੂੰ ਸੰਸਾਰ ਦਾ ਸਿਰਜਣਹਾਰ ਹੈ, ਪਰ ਜਦੋਂ ਮੈਂ ਪਰਤ ਕੇ ਦੂਜੀ ਵਾਰੀ ਵੇਖਣ ਲੱਗਣਾ ਤੇ ਤੇਰਾ ਇੱਕ ਹੋਰ ਰੂਪ ਸਾਹਮਣੇ ਆ ਜਾਂਦਾ। ਉਹ ਕਿਹੜਾ? ਤੂੰ ਛਤਰੀ ਹੈ। ਛਤਰੀ ਜਿਹੜਾ ਹੈ ਇਹ ਇੱਕ ਯੋਧੇ ਦੇ ਨਾਲ ਇਸ ਸ਼ਬਦ ਨੂੰ ਜੋੜਿਆ ਗਿਆ। ਬੜਾ ਤੂੰ ਸੂਰਮਾ ਹੈ, ਬੜਾ ਮਹਾਨ ਹੈ, ਤੇਰੇ ਅੰਦਰ ਇਹ ਯੋਧਾਪਣ ਦੀ ਇੱਕ ਸਪਿਰਿਟ ਹੈ, ਤੇਰੇ ਅੰਦਰ ਇੱਕ ਸੱਚ ਦੀ ਸਪਿਰਿਟ ਹੈ। ਔਰ ਜਿਹੜੇ ਇਹ ਕਿੱਥੋਂ ਪ੍ਰਗਟ ਹੋਇਆ ਵੀ ਪਰਮਾਤਮਾ ਛਤਰੀ ਬੜਾ ਹੈ, ਸੂਰਮਾ ਬੜਾ। ਸੂਰਮੇ ਦੇ ਅਰਥ ਇਕੱਲੇ ਲੜਨਾ ਨਹੀਂ ਹੁੰਦਾ, ਖਿਆਲ ਰੱਖਣਾ, ਲੜਨ ਵਾਲੇ ਤੇ ਬੜੇ ਨੇ। ਛਤਰੀ ਦਾ ਮਤਲਬ ਹੈ ਕਿ ਜਿਸ ਨੂੰ ਮਾਨਸਿਕ ਤੌਰ ਤੇ ਡਿੱਗਿਆ ਨਹੀਂ ਜਾ ਸਕਦਾ, ਉਹਨੂੰ ਕਹਿੰਦੇ ਨੇ ਸੂਰਮਾ। ਇਕੱਲੇ ਸਰੀਰਕ ਤੌਰ ਤੇ ਨਹੀਂ, ਇਸ ਤਰ੍ਹਾਂ ਦੇ ਸੂਰਮੇ ਤੇ ਜ਼ਿਆਦੀ ਤਾਕਤ ਹੋਵੇਗੀ ਤੇ ਸੂਰਮੇ ਰਹਿਣਗੇ, ਨਹੀਂ ਤੇ ਹੱਥ ਖੜੇ ਕਰ ਜਾਣਗੇ। ਸੂਰਮਾ ਕੌਣ ਹੈ? ਛਤਰੀ ਕੌਣ ਹੈ? ਜਿਹੜਾ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ, ਉਹ ਇਸ ਤਰ੍ਹਾਂ ਦਾ ਸੂਰਮਾ ਨਹੀਂ ਕਿ ਜੇ ਸ਼ਕਤੀ ਰਹੀ ਤੇ ਫਿਰ ਤੇ ਸੂਰਮਾ ਹੈ, ਜੇ ਇਕੱਲਾ ਰਹਿਣ ਲੱਗਾ ਤੇ ਹੱਥ ਖੜੇ ਕਰ ਦਿੱਤੇ, ਨਹੀਂ। ਉਹਦੇ ਅੰਦਰ ਇੱਕ ਬਿਰਤੀ ਹੈ ਵੀ ਉਹਦੇ ਆਤਮ ਬਲ ਨੂੰ, ਉਹਦੇ ਸਵੈਮਾਨ ਨੂੰ ਕਦੀ ਕੋਈ ਡੇਗ ਨਹੀਂ ਸਕਦਾ। ਜਿਹੜੇ ਉਹਦੇ ਨਾਲ ਜੁੜੇ ਉਹ ਸੂਰਮੇ ਹੋਏ। ਸਤਿਗੁਰੂ ਨੇ ਬਚਨ ਕੀਤਾ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਉਹਨੂੰ ਖਰੀਦਿਆ ਨਹੀਂ ਜਾ ਸਕਦਾ, ਉਹਨੂੰ ਡੋਲਾਇਆ ਨਹੀਂ ਜਾ ਸਕਦਾ, ਉਹਨੂੰ ਡੇਗਿਆ ਨਹੀਂ ਜਾ ਸਕਦਾ, ਉਹਨੂੰ ਭਰਮਾਇਆ ਨਹੀਂ ਜਾ ਸਕਦਾ। ਨਹੀਂ ਤੇ ਆਮ ਤੌਰ ਤੇ ਬੰਦਾ ਭਰਮ ਜਾਂਦਾ ਹੈ, ਲੋਭ ਵਿੱਚ ਆ ਜਾਂਦਾ। ਬੜੇ ਸੂਰਮੇ
ਉਹਨਾਂ ਦੀ ਸੂਰਮਤਾ ਹੀ ਹੁੰਦੀ ਇਸ ਵਾਸਤੇ ਵੀ ਜਿੰਨਾ ਚਿਰ ਸੰਸਾਰ ਦੇ ਪਦਾਰਥ ਨਹੀਂ ਮਿਲੇ ਉਹਨਾਂ ਚਿਰ ਸੂਰਮੇ ਨੇ। ਤੇ ਸਤਿਗੁਰੂ ਨੇ ਸੁਚੇਤ ਕਰ ਦਿੱਤਾ, ਕਹਿਣ ਲੱਗੇ ਮੇਰੇ ਘਰ ਵਿੱਚ ਉਹਨਾਂ ਨੂੰ ਸੂਰਮੇ ਨਹੀਂ ਕਿਹਾ ਜਾਂਦਾ ਜਿਹੜੇ ਸਿਰਫ ਮੈਦਾਨੇ ਜੰਗ ਵਿੱਚ ਭਿੜ ਕੇ ਮਰ ਜਾਂਦੇ ਨੇ। ਜਿਨ੍ਹਾਂ ਨੇ ਪਹਿਲਾਂ ਆਪਣੇ ਅੰਦਰ ਸਿੱਖੀ ਨੂੰ ਕਮਾਇਆ ਹੈ, ਹਰ ਇੱਕ ਹਾਲਤ ਦੇ ਵਿੱਚ, ਭਾਵੇਂ ਸੰਸਾਰਿਕ ਹਾਲਤ ਕਿਵੇਂ ਦੀ ਆ ਗਈ, ਔਰ ਪੂਰੀ ਤਰ੍ਹਾਂ ਇਸ ਪਿੜ ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਇਸ ਧਰਮ ਦੀ ਦੁਨੀਆ ਵਿੱਚ ਕਮਾਈ ਕੀਤੀ, ਉਹ ਸੂਰਮੇ ਨੇ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਜਿਹਨੇ ਆਤਮ ਨੂੰ ਜਿੱਤਿਆ, ਅੰਦਰਲੇ ਸਾਰੀਆਂ ਐਬਾਂ ਤੇ ਬੁਰਾਈਆਂ ਤੇ ਫਤਿਹ ਪਾਈ ਹੈ, ਜਾਂ ਸੰਘਰਸ਼ ਕਰ ਰਿਹਾ। ਦੋ ਤਰ੍ਹਾਂ ਦੇ ਸੂਰਮੇ ਨੇ, ਜਾਂ ਤੇ ਉਹਨੇ ਫਤਿਹ ਪਾ ਲਈ ਹੈ, ਪਰ ਜੇ ਫਤਿਹ ਨਹੀਂ ਵੀ ਪਾਈ ਅੰਦਰ ਦੇ ਵਿਕਾਰਾਂ ਤੇ, ਉਹਨੇ ਸਰੈਂਡਰ ਨਹੀਂ ਕੀਤਾ, ਉਹਨੇ ਸਿਰ ਨਹੀਂ ਝੁਕਾਇਆ, ਉਹ ਅੰਦਰ ਦੀਆਂ ਬੁਰਾਈਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਦਾ ਸੂਰਮਾ ਕਿਵੇਂ ਹੋ ਸਕਦਾ ਜਿਹੜਾ ਉਸ ਸੂਰਮੇ ਰੱਬ ਦੇ ਨਾਲ ਜੁੜਿਆ ਹੈ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਉਹਦਾ ਇੱਕ ਗੁਣ ਦੱਸਦੇ ਨੇ, ਇੱਕ ਸਰੂਪ ਦੱਸਦੇ ਹੋਏ ਕਹਿੰਦੇ ਕਿ ਸ਼ਤਰੰਗ ਛਤਰੀ ਹੈ। ਜਿੰਨੇ ਛਤਰੀ ਨੇ ਸੰਸਾਰ ਵਿੱਚ ਸੂਰਮੇ ਨੇ, ਉਹਨਾਂ ਸਾਰਿਆਂ ਤੋਂ ਵੱਡਾ ਤੂੰ ਸੂਰਮਾ ਹੈ। ਫਿਰ ਸਾਹਿਬ ਕਹਿੰਦੇ ਕਿ ਬ੍ਰਹਮੰ ਸਰੂਪ ਹੈ, ਤੇਰਾ ਸਰੂਪ ਬ੍ਰਹਮੰ ਹੈ, ਭਾਵ ਖਿੜਿਆ ਹੋਇਆ ਹੈ। ਬ੍ਰਹਮ ਇੱਕ ਸ਼ਬਦ ਹੈ, ਇੱਕ ਪਾਰ ਬ੍ਰਹਮ ਸ਼ਬਦ ਹੈ। ਬ੍ਰਹਮ ਦੇ ਅਰਥ ਨੇ ਅਕਾਲ ਪੁਰਖ, ਕਿ ਬ੍ਰਹਮੰ ਸਰੂਪ ਹੈ। ਤੇਰਾ ਸਰੂਪ ਜਿਹੜਾ ਹੈ ਖਿੜਿਆ ਹੋਇਆ ਹੈ। ਇੱਕ ਸ਼ਬਦ ਬਹੁਤ ਪਿਆਰਾ ਹੈ ਬ੍ਰਹਮ, ਇਹਦੇ ਤੋਂ ਬ੍ਰਾਹਮਣ ਸ਼ਬਦ ਬਣਿਆ। ਬ੍ਰਾਹਮਣ ਕਿਸੇ ਜਾਤ ਦਾ ਨਾਂ ਨਹੀਂ। ਕਹੋ ਨਾਨਕ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਬ੍ਰਾਹਮਣ ਜਾਤ ਨਹੀਂ ਸੀ, ਵੈਸੇ ਇਹ ਇੱਕ ਕਿਸੇ ਚੀਜ਼ ਨਾਲ ਨਫ਼ਰਤ ਹੋ ਜਾਂਦੀ ਬੰਦੇ ਨੂੰ, ਉਹਦਾ ਨਾਮ ਉਹ ਵਰਤਦਾ ਹੈ। ਪੰਡਤ ਵੀ ਕੋਈ ਜਾਤ ਨਹੀਂ, ਨਾ ਬ੍ਰਾਹਮਣ ਕੋਈ ਜਾਤ ਹੈ, ਉਹ ਇੱਕ ਅੰਦਰ ਦੀ ਅਵਸਥਾ ਹੈ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਕਿਹਨੂੰ ਬ੍ਰਾਹਮਣ ਕਹੀਦਾ? ਜਿਸ ਨੇ ਬ੍ਰਹਮ ਨੂੰ ਬਿੰਦ ਲਿਆ ਹੈ, ਯਾਨੀ ਕਿ ਜਾਣ ਲਿਆ ਹੈ, ਔਰ ਉਹਦੀ ਲਿਵ ਇੱਕ ਸ਼ਬਦ ਨਾਲ ਜੁੜੀ ਹੋਈ ਹੈ ਅੰਦਰੋਂ। ਤਿਸ ਦਾ ਬ੍ਰਹਮਤਰ ਹੈ, ਉਹਦਾ ਬ੍ਰਹਮ ਪੁਣਾ ਟਿਕ ਜਾਂਦਾ ਹੈ, ਰਹਿ ਜਾਂਦਾ ਹੈ। ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਬਸਾਏ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਕੇ ਹਜ਼ੂਰ ਇੱਕ ਬਚਨ ਕਹਿੰਦੇ ਕਿ ਬ੍ਰਹਮੰ ਸਰੂਪ ਹੈ। ਬ੍ਰਹਮ ਦਾ ਅਰਥ ਹੈ ਤੇਰਾ ਇਸ ਤਰ੍ਹਾਂ ਦਾ ਸਰੂਪ ਹੈ ਜਿਹਦੇ ਵਿੱਚੋਂ ਘਟਦਾ ਕੁਝ ਨਹੀਂ। ਬ੍ਰਹਮ ਦੇ ਇਹ ਅਰਥ ਹੋਣਗੇ। ਆਪਾਂ ਇੱਕ ਲਫ਼ਜ਼ ਵਰਤਨੇ ਆ ਬ੍ਰਹਮਚਾਰੀ। ਬ੍ਰਹਮਚਾਰੀ ਦਾ ਮਤਲਬ ਇੱਥੇ ਕੀ ਕੱਢਿਆ ਗਿਆ ਹੈ? ਜਿਹਦਾ ਜੀਵਨ ਬਿਲਕੁਲ ਪਾਕ ਪਵਿੱਤਰ ਹੋਵੇ, ਜਿਹੜਾ ਮਨੁੱਖ ਵਿਕਾਰੀ ਨਾ ਹੋਵੇ, ਗ੍ਰਸਤੀ ਨਾ ਹੋਵੇ, ਉਹਦੇ ਅਰਥ ਕੀਤੇ ਗਏ ਬ੍ਰਾਹਮਣ, ਬ੍ਰਹਮਚਾਰੀ ਕਿਹਾ ਗਿਆ। ਬ੍ਰਹਮਚਾਰੀ ਦੇ ਅਸਲੀ ਅਰਥ ਕੀ ਨੇ? ਜਿਹੜਾ ਆਪਣੇ ਆਪ ਨੂੰ ਗਵਾਚਣ ਨਾ ਦੇਵੇ। ਇਹਦੇ ਅੱਖਰੀ ਅਰਥ ਕਰਾਂ ਤੇ ਇਹ ਬਣਦੇ ਨੇ, ਜਿਹੜਾ ਆਪਣੇ ਆਪ ਨੂੰ ਗਵਾਚਣ ਨਾ ਦੇ ਉਹਨੂੰ ਕਹਿੰਦੇ ਬ੍ਰਹਮਚਾਰੀ। ਆਚਾਰਿਆ ਤੇ ਆਪਣਾ ਆਪ ਕੀ ਹੈ? ਚਲੋ ਸਰੀਰ ਤੇ ਬਚਾ ਲਿਆ, ਸਰੀਰ ਨੂੰ ਤੇ ਸੰਸਾਰ ਵਿੱਚ ਪ੍ਰਵਿਰਤ ਨਾ ਹੋਣ ਦਿੱਤਾ, ਬੜੀ ਚੰਗੀ ਗੱਲ। ਇਹ ਵੀ ਇੱਕ ਬ੍ਰਹਮਚਾਰਜ ਹੈ, ਸਰੀਰ ਨੂੰ ਗ੍ਰਸਤੀ ਨਾ ਹੋਣ ਦਿੱਤਾ। ਤਾਂ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਸਰੀਰ ਦਾ ਬ੍ਰਹਮਚਾਰ ਹੈ, ਖਿਆਲ ਰੱਖੇ। ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜੀ ਕੋ ਜਰਾ ਨਾ ਮਰਨਾ। ਬਿੰਦ ਰਾਖ ਜੋ ਤਰੀਏ ਭਾਈ ਖੁਸਰੇ, ਕਿਉਂ ਨਾ ਪਰਮਗਤ ਪਾਈਏ। ਸ਼ਬਦ ਕਹੇ ਨੇ ਉਹ ਸਰੀਰ ਦੇ ਬ੍ਰਹਮਚਾਰੀਆਂ ਦੇ ਭਰਮ ਨੂੰ ਤੋੜਨ ਵਾਸਤੇ ਨੇ, ਵੀ ਤੂੰ ਸਰੀਰਕ ਤੌਰ ਤੇ ਬ੍ਰਹਮਚਾਰੀ ਹੋ ਗਿਆ, ਸਰੀਰਕ ਸ਼ਕਤੀ ਨੂੰ ਤੇ ਨਸ਼ਟ ਨਹੀਂ ਹੋਣ ਦਿੱਤਾ। ਬੜੀ ਵੱਡੀ ਮਿਹਨਤ ਹੈ, ਕੋਈ ਸ਼ੱਕ ਨਹੀਂ, ਪਰ ਤੇਰੇ ਅੰਦਰ ਇੱਕ ਹੋਰ ਵੀ ਸ਼ਕਤੀ ਹੈ। ਉਹ ਕਿਹੜੀ ਹੈ?
ਉਹ ਤੇਰੀ ਸੁਰਤ ਦੀ ਸ਼ਕਤੀ ਹੈ। ਸੁਰਤ ਤੇ ਗਵਾਚਦੀ ਫਿਰਦੀ ਹੈ ਵਿੱਚੋਂ। ਸੁਰਤ ਦੇ ਵਿੱਚੋਂ ਸ਼ਕਤੀ ਜਿਹੜੀ ਇੱਕ ਸੁਰਤ ਦੀ ਹੈ ਨਾ, ਇੱਕ ਸਰੀਰ ਦੀ ਹੈ। ਸਰੀਰ ਦੀ ਜਿਹੜੀ ਸ਼ਕਤੀ ਉਹਨੂੰ ਤੇ ਬਚਾ ਲਿਆ। ਸਰੀਰਕ ਤੌਰ ਤੇ ਬ੍ਰਹਮਚਾਰੀ ਕਿਹਾ ਜਾ ਸਕਦਾ। ਬੜੇ ਬੜੇ ਵੱਡੇ ਹੋਏ ਨੇ, ਜਤੀ ਹੋਏ ਨੇ, 6 ਜਤੀ ਹੋਏ ਨੇ ਹਿੰਦੁਸਤਾਨ ਵਿੱਚ। ਲਛਮਣ ਜਤੀ ਹੋਇਆ, ਹੋਰ ਬਹੁਤ ਸਾਰੇ ਹੋਏ ਨੇ, ਜਤੀ ਹੋ ਗਏ। ਲਛਮਣ ਨੂੰ ਜਤੀ ਮੰਨਿਆ ਗਿਆ, ਪਰ ਦੂਸਰੇ ਪਾਸੇ ਕ੍ਰੋਧ ਇੰਨਾ ਹੈ ਵੀ ਪਤਾ ਹੀ ਨਹੀਂ ਲੱਗਦਾ ਕਾਰਵਾਈ ਕਿਹੜੀ ਕਰਨੀ ਹੈ। ਸਰੀਰ ਨੂੰ ਜਤੀ ਕਰ ਲਿਆ, ਦੂਸਰੇ ਪਾਸੇ ਕ੍ਰੋਧੀ ਹੋ ਗਏ। ਤਾਂ ਇਸ ਤਰ੍ਹਾਂ ਇੱਕ ਸਰੀਰ ਦਾ ਬ੍ਰਹਮਚਾਰੀ ਹੈ ਤੇ ਦੂਸਰਾ ਗੁਰੂ ਕੇ ਸਵਾਰਿਓ ਜਿਹੜਾ ਅੰਦਰ ਧਨ ਦਿੱਤਾ ਹੈ ਨਾ ਰੱਬ ਨੇ ਲਗਾਤਾਰ, ਜਿਹਨੂੰ ਸੁਰਤ ਕਹਿੰਦੇ ਨੇ, ਜਿਹੜਾ ਧਿਆਨ ਦੇ ਤੌਰ ਤੇ ਦੁਨੀਆ ਵਿੱਚ ਨਹੀਂ ਖੁੱਭਦਾ, ਜਿਹਦੇ ਮਨ ਦੇ ਵਿੱਚ ਸੰਸਾਰ ਦਾ ਲੋਭ ਨਹੀਂ ਬਣਦਾ, ਜਿਹਦੀ ਸੁਰਤ ਸੰਸਾਰ ਵਿੱਚ ਨਹੀਂ ਸੌਂਦੀ, ਉਹ ਵਿੱਚ ਰਹਿੰਦਾ ਵੀ ਉਹਦੇ ਤੋਂ ਉੱਚਾ ਉੱਠ ਜਾਂਦਾ ਹੈ, ਉਹ ਆਦਮੀ ਹੈ ਅਧਿਆਤਮ ਤੌਰ ਤੇ ਬ੍ਰਹਮਚਾਰੀ। ਉਹ ਪ੍ਰਵਾਨ ਹੈ। ਉਹ ਸਰੀਰਕ ਤੌਰ ਤੇ ਆਪੇ ਬ੍ਰਹਮਚਾਰੀ ਹੋ ਜਾਏਗਾ। ਉਹਦੇ ਸਰੀਰ ਦੇ ਦੋਸ਼ ਹੀ ਖਤਮ ਹੋ ਗਏ। ਸਰੀਰ ਤਾਂ ਭੋਗੀ ਹੈ ਹੀ, ਇਹਨੇ ਤਾਂ ਜਿੰਨਾ ਚਿਰ ਰਹਿਣਾ ਇਹਨੇ ਕੁਝ ਨਾ ਕੁਝ ਖਾਣਾ ਵੀ ਹੈ, ਇਹਨੇ ਕੰਮ ਵੀ ਕਰਨਾ ਹੈ। ਫਿਰ ਸਰੀਰ ਦੇ ਧਰਮ ਨੇ ਅੰਦਰ, ਉਹ ਵੀ ਸਾਰੇ ਬਣਦੇ ਨੇ। ਇਸ ਲਈ ਜਿਹੜਾ ਗੁਰੂ ਨਾਨਕ ਦੇ ਘਰ ਦਾ ਬ੍ਰਹਮਚਾਰੀ ਹੈ, ਚੰਗੀ ਗੱਲ, ਉਹ ਸਰੀਰਕ ਤੌਰ ਤੇ ਵੀ ਬ੍ਰਹਮਚਾਰੀ ਹੋਏ, ਕੋਈ ਦੋਸ਼ ਨਹੀਂ ਇਹਦੇ ਵਿੱਚ। ਪਰ ਜੇ ਇਕੱਲੇ ਸਰੀਰ ਨੂੰ ਰੋਕ ਲਿਆ ਤੇ ਮਾਨਸਿਕ ਤੌਰ ਤੇ ਲੋਭੀ ਵੀ ਰਿਹਾ, ਆਪਣੀ ਵਡਿਆਈ ਤੇ ਸ਼ੋਹਰਤ ਪਿੱਛੇ ਭੱਜਦਾ ਵੀ ਰਿਹਾ, ਅੰਦਰੋਂ ਤਰਸਦਾ ਰਿਹਾ, ਡੋਲਦਾ ਰਿਹਾ ਅੰਦਰ, ਫਿਰ ਸਤਿਗੁਰਾਂ ਨੇ ਪ੍ਰਵਾਨ ਨਹੀਂ ਕਰਨਾ। ਅੰਦਰ ਨੂੰ ਕਹਿੰਦੇ ਕਰ। ਸਤਿਗੁਰਾਂ ਨੇ ਬਚਨ ਵੀ ਕੀਤਾ। ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਵਿੱਚ ਬੜੇ ਬੜੇ ਇਸ ਤਰ੍ਹਾਂ ਦੇ ਸਿੱਖ ਆਏ ਨੇ, ਬ੍ਰਹਮਚਾਰੀ ਆਏ ਨੇ, ਦੂਸਰੇ ਧਰਮਾਂ ਦੇ ਲੋਕ ਵੀ ਆਏ ਨੇ। ਤੇ ਸਤਿਗੁਰੂ ਨੇ ਇੱਕ ਸੱਜਣ ਆਏ ਸਨ ਤੇ ਇੱਕ ਦਿਨ ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਦੀ ਗੋਦ ਵਿੱਚ ਬਾਹਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਲੇ ਤੋਂ ਬਾਹਰ ਸਾਹਿਬਜ਼ਾਦੇ ਕਿਤੇ ਕੋਲ ਖੇਡ ਰਹੇ ਸਨ ਤੇ ਬਾਬਾ ਫਤਿਹ ਸਿੰਘ ਛੋਟੇ ਸਨ, ਉਹ ਗੋਦ ਵਿੱਚ ਬੈਠੇ ਹੋਏ। ਤਾਂ ਦੂਰੋਂ ਦੂਰੋਂ ਆਉਂਦੇ ਸਨ ਗੁਰੂ ਨਾਨਕ ਦੇ ਘਰ ਵਿੱਚ ਅਧਿਆਤਮ ਜਿਹੜੇ ਪੁਰਸ਼ ਸਨ, ਨਾਮ ਜਪਣ ਵਾਲੇ। ਉਹਨਾਂ ਦੀ ਖੋਜ ਸੀ ਵੀ ਗੁਰੂ ਨਾਨਕ ਦੇ ਘਰੋਂ ਸਾਨੂੰ ਇਸ ਰਾਹ ਦੀ ਪ੍ਰਾਪਤੀ ਹੋ ਜਾਏਗੀ। ਤਾਂ ਇੱਕ ਸੰਨਿਆਸੀ ਆਏ, ਉਹਨਾਂ ਨੇ ਜਦੋਂ ਹਜ਼ੂਰ ਨੂੰ ਵੇਖਿਆ ਵੀ ਇਹਨਾਂ ਦਾ ਤੇ ਪਰਿਵਾਰ ਹੈ, ਆਪੋ ਆਪਣੀ ਬੰਦੇ ਦੀ ਸੋਚ ਹੈ, ਧਾਰਨਾ ਬਣਾਈ ਹੈ ਵੀ ਕਿਵੇਂ ਦਾ ਗੁਰੂ ਹੋਵੇਗਾ, ਕਿਵੇਂ ਦਾ ਸੰਤ ਹੈ, ਕਿਵੇਂ ਦਾ ਸਿੱਖ ਹੁੰਦਾ ਹੈ। ਤਾਂ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਇੱਕ ਛੋਟੇ ਜਿਹੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਬੈਠੇ, ਤੇ ਸ਼ੰਕਾ ਜਾਗ ਪਿਆ ਵੀ ਇਹ ਤਾਂ ਗੁਰੂ ਗ੍ਰਸਤੀ ਲੱਗਦਾ, ਤੇ ਇਹ ਕਿਵੇਂ ਪ੍ਰਵਾਨ ਹੋ ਸਕਦਾ ਹੈ। ਤਾਂ ਮਨ ਵਿੱਚ ਸ਼ੰਕਾ ਜਾਗਿਆ। ਥੋੜ੍ਹਾ ਚਿਰ ਅੱਧੇ ਮਨ ਨਾਲ ਬੈਠਾ ਰਿਹਾ, ਉੱਠ ਕੇ ਜਾਣ ਲੱਗਾ ਤੇ ਸਤਿਗੁਰਾਂ ਨੇ ਕਿਹਾ, ਸੰਨਿਆਸੀ ਜੀ ਬੈਠ ਜਾਓ, ਬੜੀ ਕਾਹਲ ਵਿੱਚ ਜਾ ਰਹੇ ਹੋ। ਕਹਿਣ ਲੱਗਾ, ਨਹੀਂ ਮੈਂ ਜਾਣਾ ਹੈ, ਮੈਨੂੰ ਬੜੀ ਕਾਹਲ ਹੈ। ਸਤਿਗੁਰਾਂ ਨੇ ਕਿਸੇ ਤਰ੍ਹਾਂ ਰੋਕਿਆ। ਫਿਰ ਗੱਲ ਚੱਲੀ। ਹਜ਼ੂਰ ਨੇ ਉੱਥੇ ਇੱਕ ਬਚਨ ਉਚਾਰਿਆ ਸੀ, ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਹੇ ਸੰਨਿਆਸੀ ਜੀ, ਪਰਿਵਾਰ ਨਾ ਹੋਣਾ ਇਹ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ। ਪਰਿਵਾਰ ਹੋਣਾ ਤੇ ਫਿਰ ਉਹਦੇ ਤੋਂ ਉੱਚੇ ਹੋਣਾ, ਅਸਲ ਵਿੱਚ ਇਹ ਸੰਨਿਆਸ ਦਿੱਤਾ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ, ਸਦਨ ਕਹਿੰਦੇ ਘਰ ਨੂੰ, ਬਨ ਕਹਿੰਦੇ ਨੇ ਜੰਗਲ ਨੂੰ। ਤੂੰ ਘਰ ਵਿੱਚ ਰਹਿ ਕੇ ਉਸ ਘਰ ਨੂੰ ਜੰਗਲ ਸਮਝਿਆ ਕਰ, ਅਭਿਆਸ ਕਰ ਇਹਦਾ, ਇਹਨੂੰ ਵੇਖ ਕਿ ਇਹ ਜਿਹੜਾ ਘਰ ਹੈ, ਇਹ ਜਿਹੜਾ ਸੰਸਾਰ ਹੈ, ਜੰਗਲ ਵਰਗਾ ਹੈ। ਇੱਥੇ ਕੋਈ ਵੀ ਤੇਰਾ ਨਹੀਂ ਹੈ। ਜਿਵੇਂ ਜੰਗਲ ਵਿੱਚ ਆਦਮੀ ਇਕੱਲਾ ਹੁੰਦਾ ਨਾ, ਉੱਥੋਂ ਦਾ ਕੀ ਗੁਣ ਹੈ ਜੰਗਲ ਵਿੱਚ ਰਹਿਣ ਦਾ
ਕਿ ਉੱਥੇ ਦੂਸਰਾ ਨਹੀਂ ਕੋਲ ਹੁੰਦਾ। ਤੇ ਸਤਿਗੁਰਾਂ ਨੇ ਕਿਹਾ ਇੱਥੇ ਵੀ ਤੂੰ ਜੰਗਲ ਬਣਾ ਸਕਣਾ, ਇੱਥੇ ਰਹਿ ਤੇ ਇੱਕ ਵਿਚਾਰ ਬਣਾ ਕਿ ਇਹ ਜੋ ਪਰਿਵਾਰ ਹੈ ਜਾਂ ਜੋ ਤੇਰੇ ਮਿੱਤਰ ਨੇ ਇਹ ਤੇਰੇ ਨਹੀਂ, ਅਸਲ ਵਿੱਚ ਤੂੰ ਇਕੱਲਾ ਹੀ ਹੈ। ਤੇ ਉਦਣ ਹੀ ਬੰਦਾ ਕੁਝ ਧਰਮ ਦੇ ਰਾਹ ਤੇ ਪ੍ਰਾਪਤ ਕਰਦਾ ਹੈ ਜਿੱਦਣ ਆਪਣੇ ਆਪ ਨੂੰ ਇਕੱਲਾ ਕਰ ਲੈਂਦਾ ਹੈ, ਬਿਲਕੁਲ ਇਕੱਲਾ, ਨਾਲ ਕੋਈ ਨਹੀਂ ਹੁੰਦਾ। ਜਦੋਂ ਹਰ ਸਿਮਰਨ ਬਹੁ ਮਾਹੇ ਅਕੇਲਾ, ਭਾਵੇਂ ਬਹੁਤਿਆਂ ਦੇ ਵਿੱਚ ਵੀ ਰਹੇਗਾ, ਕੋਈ ਸ਼ੱਕ ਨਹੀਂ, ਰਹੇਗਾ ਵਿੱਚ ਸੰਸਾਰ ਦੇ ਜਾਂ ਇਕਾਂਤ ਵਿੱਚ ਇਕੱਲਾ ਵੀ ਜਾ ਸਕਦਾ, ਪਰ ਉਦਣ ਹੀ ਕੋਈ ਪ੍ਰਾਪਤੀ ਹੋਵੇਗੀ ਜਿੱਦਣ ਆਦਮੀ ਨੂੰ ਇਕੱਲੇ ਰਹਿਣ ਦੀ ਆਦਤ ਪੈ ਜਾਏਗੀ। ਇਕੱਲੇ ਰਹਿਣ ਦੀ ਤੇ ਆਦਤ ਹੈ ਹੀ ਨਹੀਂ, ਆਦਮੀ ਤੇ ਇਕੱਲਾ ਰਹਿ ਨਹੀਂ ਸਕਦਾ। ਜੇ ਰਹਿੰਦਾ ਹੈ, ਬੜੇ ਲੋਕ ਕੁੰਡੀਆਂ ਬੰਦ ਕਰਦੇ ਫਿਰ ਬਿਮਾਰ ਹੋ ਜਾਂਦੇ ਹਨ, ਇਕੱਲੇ ਨਹੀਂ ਰਹਿ ਸਕਦੇ। ਇਸ ਤਰ੍ਹਾਂ ਰਹਿਣਾ ਵੀ ਨਹੀਂ ਚਾਹੀਦਾ। ਇਕੱਲਾ ਆਦਮੀ ਉਦੋਂ ਰਵੇ ਜਦੋਂ ਉਹਦਾ ਮਨ ਚਾਹੇ ਵੀ ਹੁਣ ਮੈਂ ਇਕੱਲਾ ਰਹਿ ਸਕਣਾ, ਬੇਰਸ ਨਾ ਹੋਵੇ। ਜੇ ਉਹ ਸਿੱਧਾ ਕਰੇਗਾ ਡਿਸਟਰਬ ਹੋ ਜਾਏਗਾ, ਰੋਗੀ ਹੋ ਜਾਏਗਾ। ਤਾਂ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ? ਇਸ ਲਈ ਇੱਕ ਮੁਹਾਵਰਾ ਹੈ, ਬ੍ਰਹਮ ਗਿਆਨੀ ਤੇ ਸ਼ੇਰ, ਸਿਰਫ ਇਹ ਦੋ ਇਕੱਲੇ ਰਹਿ ਸਕਦੇ, ਨਹੀਂ ਤੇ ਇਕੱਲੇ ਰਹਿਣਾ ਇੱਕ ਬੜੀ ਵੱਡੀ ਸ਼ਕਤੀ ਦੀ ਲੋੜ ਹੈ। ਇਕੱਠ ਵਿੱਚ ਬੰਦਾ ਜਿਉਂਦਾ ਹੈ, ਭੀੜ ਚਾਹੁੰਦਾ ਹੈ, ਚੌਵਾਂ ਪਾਸੇ ਉਹਨਾਂ ਦੀ ਸਪੋਰਟ ਵਿੱਚ, ਰੌਲੇ ਗੌਲੇ ਵਿੱਚ ਜ਼ਿੰਦਗੀ ਬੀਤਦੀ ਹੈ, ਕਦੀ ਇਕੱਲੇ ਹੋਏ ਨਹੀਂ। ਕਬੀਰ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗਹਿ ਗੱਚ ਪਰਿਓ ਕੁਟੰਬ ਕੇ। ਕੁਟੰਬ ਕਹਿੰਦੇ ਪਰਿਵਾਰ ਨੂੰ, ਪਰਿਵਾਰ ਦੀ ਭੀੜ ਵਿੱਚ ਹੀ ਜਿਉਣਾ ਲੰਘ ਗਿਆ। ਸਾਰੀ ਉਮਰ ਪਰਿਵਾਰਾਂ ਵਿੱਚ, ਰੌਲਿਆਂ ਵਿੱਚ, ਰਿਸ਼ਤੇਦਾਰੀਆਂ ਵਿੱਚ। ਗਹਿ ਗੱਚ ਪਰਿਓ ਕੁਟੰਬ ਕੈ, ਗਹਿ ਗੱਚ ਦੀ ਲੜਾਈ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਕਿਸੇ ਨੂੰ ਪਛਾਣਦਾ ਨਹੀਂ। ਗ੍ਰਿਸ਼ਤ ਕੀ ਹੈ? ਸਤਿਗੁਰੂ ਨੇ ਜਿਹੜੀ ਗ੍ਰਿਸ਼ਤ ਦਿੱਤੀ ਤੇ ਜਿਹੜਾ ਸੰਨਿਆਸ ਦਿੱਤਾ ਉਹਨੂੰ ਸਮਝਣਾ। ਗ੍ਰਿਸ਼ਤ ਐਸਾ ਨਹੀਂ ਕਿ ਸਿੱਖ ਸੰਸਾਰੀ ਦਿਨ ਰਾਤ ਸੰਸਾਰ ਵਿੱਚ ਹੀ ਫਸਿਆ ਰਹੇ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਧੰਦਿਆਂ ਵਿੱਚ ਹੀ ਦਿਨ ਰਾਤ, ਸਮਝ ਨਾ ਲੱਗੇ। ਇਹ ਸਿੱਖੀ ਦਾ ਗ੍ਰਿਸ਼ਤ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਮੈਂ ਗ੍ਰਿਸ਼ਤੀਆਂ ਨੂੰ ਦੇਖਿਆ, ਕਹਿੰਦੇ ਗਹਿ ਗੱਚ ਪਰਿਓ ਕੁਟੰਬ ਕੈ, ਗਹਿ ਗੱਚ ਵਿੱਚ ਫਸੇ ਰਹਿੰਦੇ ਨੇ। ਅੱਜ ਇਹ ਹੈ, ਅੱਜ ਉਹ ਹੈ, ਅੱਜ ਰੌਲਾ ਗੌਲਾ, ਅੱਜ ਕਰਨਾ ਹੈ, ਅੱਜ ਨਹੀਂ ਕਰਨਾ। ਇਹ ਇਸ ਤਰ੍ਹਾਂ ਵਿੱਚ ਜੀਵਨ ਬੀਤਦਾ ਜਾਂਦਾ ਹੈ। ਫਿਰ ਇੱਕ ਬਚਨ ਕੀਤਾ, ਕਹਿੰਦੇ ਕੰਠੈ ਰਹਿ ਗਇਓ ਰਾਮ। ਕੰਠੈ ਦੇ ਅਰਥ ਦੋ ਬਣਦੇ ਨੇ। ਕਹਿੰਦੇ ਮਨ ਤੇ ਫਸਿਆ ਰਿਹਾ ਗ੍ਰਿਸ਼ਤ ਵਿੱਚ, ਪਰਿਵਾਰ ਵਿੱਚ, ਤੇ ਕੰਠੈ ਇੱਕ ਕੰਠਾ ਕਹਿੰਦੇ ਨੇ ਗਲ ਵਿੱਚ ਨਾ ਸੋਨੇ ਦਾ ਇੱਕ ਛੋਟਾ ਜਿਹਾ ਗਹਿਣਾ ਜਿਹਾ ਬਣਵਾ ਕੇ ਉਹ ਗਲ ਵਿੱਚ ਪਾ ਲੈਂਦੇ ਨੇ, ਧਾਗਾ ਬੰਨ੍ਹ ਕੇ, ਜਿਵੇਂ ਹਾਰ ਹੁੰਦਾ ਹੈ, ਲੌਕਟ ਜਿਹਨੂੰ ਤੁਸੀਂ ਕਹੋਗੇ। ਉਹਦੇ ਉੱਤੇ ਕਹਿੰਦੇ ਰਾਮ ਲਿਖਿਆ ਹੋਇਆ ਹੈ, ਜਾਂ ਜਿਵੇਂ ਆ ਸਾਡੇ ਸੱਜਣਾ ਨੇ ਵੀ ਪਾਏ ਹੁੰਦੇ ਨਾ, ਉੱਤੇ ਵਾਹਿਗੁਰੂ ਲਿਖਿਆ, ਜਾਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾਈ ਹੋਈ ਉਸ ਠੀਪੇ ਦੇ ਉੱਤੇ, ਉਸ ਲੌਕਟ 'ਤੇ ਗਲ ਵਿੱਚ ਪਾਇਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਬੰਦੇ ਨੇ ਜਪਿਆ ਨਹੀਂ ਰਾਮ ਨੂੰ, ਜਪਿਆ ਨਹੀਂ ਰਾਮ ਵਾਹਿਗੁਰੂ ਨੂੰ, ਗੁਰੂ ਨਾਨਕ ਨੂੰ, ਗੁਰੂ ਗੋਬਿੰਦ ਸਿੰਘ ਨੂੰ ਯਾਦ ਨਹੀਂ ਕੀਤਾ। ਕਹਿੰਦੇ ਛੱਡੋ ਇਸ ਝੰਜਟ ਵਿੱਚ ਕੌਣ ਪਏਗਾ, 100 ਰੁਪਈਏ ਦਾ ਮਿਲਦਾ ਗੁਰੂ, ਚੁੱਕ ਕੇ ਧਾਗੇ ਵਿੱਚ ਫਸਾ ਕੇ ਗਲੇ ਵਿੱਚ ਪਾ ਕੇ ਟੰਗ ਦਿਓ, ਸੌਖਾ ਕੰਮ ਹੈ। ਜਪਣ ਦੀ ਕੀ ਲੋੜ ਹੈ, ਸੌਖਾ ਹੈ ਨਾ। ਪਾਓ ਰੱਬ ਨੂੰ ਧਾਗੇ ਵਿੱਚ, ਇੱਥੇ ਗਲੇ ਵਿੱਚ ਲਮਕਾ ਦਿਓ। ਕੀ ਇਹ ਨਹੀਂ ਸੀ ਕਿਹਾ ਕਲਗੀਆਂ ਵਾਲੇ ਪਾਤਸ਼ਾਹ ਨੇ? ਇਹ ਸ਼ਬਦ ਨਹੀਂ ਸਾਨੂੰ ਉਚਾਰਨ ਕੀਤੇ ਕਿ ਕਉ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂਰ ਦਾ ਅਰਥ ਹੈ ਝੂਠੀ, ਕਿਰਿਆ ਦਾ ਅਰਥ ਹੈ ਕੰਮ। ਕਿਤੇ ਇਸ ਤਰ੍ਹਾਂ ਦੇ ਝੂਠੇ ਕੰਮਾਂ ਵਿੱਚ ਹੀ ਨਹੀਂ ਕਿਤੇ ਸਿੱਖ ਫਸ ਗਿਆ ਵੀ ਹੱਲੇ ਗੁੱਲੇ ਵਿੱਚ, ਤੀਰਥ ਯਾਤਰਾਵਾਂ ਵਿੱਚ, ਗਲਿਆਂ ਵਿੱਚ ਪਾਇਆ ਹੋਇਆ ਗੁਰੂ ਦੀ ਤਸਵੀਰ। ਕਦੀ ਉਸ ਗੁਰੂ ਦਾ ਸਵਈਏ ਵੀ ਪੜ੍ਹੇ, ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਕਦੀ ਗੁਰੂ ਨਾਨਕ ਦਾ ਜਪਜੀ ਸਾਹਿਬ ਵੀ ਪਿਆਰ ਨਾਲ ਸੁਣਿਆ ਕਿ ਨਹੀਂ, ਕਿ ਇਕੱਲੀ ਫੋਟੋ ਲਟਕਾਈ ਜਾਂ ਦੁਕਾਨ ਵਿੱਚ ਲਾ ਲਈ ਹੈ।
ਤਾਂ ਸਤਿਗੁਰੂ ਨੇ ਬਚਨ ਕੀਤੇ ਨੇ ਕਿ ਕਉ ਬੁਤਾਨ ਕੋ ਪੂਜਤ ਹੈ ਪਸ। ਇਹਦੇ ਤੋਂ ਅੱਗੇ ਬਚਨ ਆਉਂਦਾ ਹੈ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਗਰੇ ਦਾ ਅਰਥ ਹੈ ਗਲ, ਲਟਕਾਇਓ ਦਾ ਅਰਥ ਹੈ ਵੀ ਆਪਣੇ ਲਿੰਗ ਦਾ ਭਾਵ ਆਪਣੇ ਪੂਜਕ ਨੂੰ, ਰੱਬ ਨੂੰ ਜਪਿਆ ਨਹੀਂ, ਪਿਆਰ ਨਹੀਂ ਕੀਤਾ ਆਪਣੇ ਇਸ਼ਟ ਨੂੰ, ਪੜ੍ਹਿਆ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਕਾਹੂ ਲੈ ਲਿੰਗ ਗਰੇ ਲਟਕਾਇਓ, ਆਪਣੇ ਗਲ ਵਿੱਚ ਧਾਗੇ ਵਿੱਚ ਬੰਨ੍ਹ ਕੇ ਲਟਕਾ ਦਿੱਤਾ। ਕਿੰਨੀ ਸਜ਼ਾ ਦਿੱਤੀ ਹੈ ਆਪਣੇ ਰੱਬ ਨੂੰ, ਆਪਣੇ ਇਸ਼ਟ ਨੂੰ। ਉਹਨੂੰ ਜਪਣਾ ਚਾਹੀਦਾ ਸੀ, ਉਹ ਗਲੇ ਵਿੱਚ ਲਟਕਾਉਣ ਵਾਸਤੇ ਨਹੀਂ। ਤਾਂ ਕਬੀਰ ਜੀ ਨੇ ਬਚਨ ਕੀਤਾ, ਕਹਿੰਦੇ ਜੀਵਨ ਤੇ ਤੇਰਾ ਧਿਆਨ ਤੇ ਤੇਰਾ ਸਾਰਾ ਸੰਸਾਰ ਵਿੱਚ ਹੀ ਹੈ, ਤੇ ਤੂੰ ਕੰਠੇ ਵਿੱਚ ਪਾ ਕੇ ਰਾਮ ਲਟਕਾਇਆ ਹੋਇਆ ਹੈ। ਕਬੀਰ ਗਏ ਗਚ ਪਰਿਓ ਕੁਟੰਬ ਕੈ ਕੰਠੈ ਰਹਿ ਗਇਓ ਰਾਮ। ਗਲੇ ਵਿੱਚ ਬੱਝਾ ਬਜਾਇਆ ਰਾਮ ਰਹਿ ਗਿਆ, ਜਪਿਆ ਤੇ ਕਦੀ ਹੈ ਨਹੀਂ ਸੀ। ਜਾਂ ਇੱਕ ਹੋਰ ਵੀ ਇਹਦੇ ਅਰਥ ਕੱਢੇ ਨੇ, ਕਿਉਂਕਿ ਗੁਰਬਾਣੀ ਦੇ ਅਰਥ ਦੇ ਹੱਦ ਨਹੀਂ ਹੋ ਸਕਦੀ। ਉਹ ਕਹਿੰਦੇ ਕੰਠੋਂ ਤੇ ਬੋਲਦਾ ਰਿਹਾ, ਚਲੋ ਥੋੜ੍ਹਾ ਜਿਹਾ ਅੱਗੇ ਹੈ, ਗਲੇ ਵਿੱਚ ਤਾਂ ਬੋਲਦਾ ਰਿਹਾ, ਅੰਦਰ ਨਹੀਂ ਜਾਣ ਦਿੱਤਾ ਰੱਬ ਨੂੰ। ਕੰਠੈ ਰਹਿ ਗਇਓ ਰਾਮ ਜਾਏ ਪਰੇ ਧਰਮ ਰਾਏ ਕੇ। ਇਹ ਕਰਦਿਆਂ ਕਰਦਿਆਂ ਮੌਤ ਆ ਗਈ, ਧਰਮ ਰਾਏ ਦੇ ਘਰ ਪਹੁੰਚ ਗਏ। ਤੇ ਜਿਹੜਾ ਉਹ ਰਾਮ ਸੀ ਨਾ ਲਿਖਿਆ ਹੋਇਆ, ਕੰਠੈ ਰਹਿ ਗਿਓ, ਉਹ ਗਲੇ ਵਿੱਚ ਇੱਥੇ ਹੀ ਬੱਝਾ ਰਹਿ ਗਿਆ। ਜਦੋਂ ਅੱਗੇ ਗਿਆ ਤੇ ਧਰਮ ਰਾਏ ਨੇ ਵੇਖਿਆ ਵੀ ਵੇਖੋ ਇਹਨੇ ਜਪਿਆ ਕਿ ਨਹੀਂ, ਇਹਦੇ ਅੰਦਰ ਰੱਬ ਦਾ ਨਾਮ ਹੈ। ਉਹਨਾਂ ਕਿਹਾ ਜੀ ਜਿਹੜਾ ਇਹਦਾ ਰੱਬ ਸੀ ਉਹ ਤੇ ਇਹਦੇ ਉੱਥੇ ਗਲੇ ਵਿੱਚ ਹੀ ਰਹਿ ਗਿਆ, ਇੱਥੇ ਤੇ ਆਇਆ ਹੀ ਨਹੀਂ, ਇਹਨੇ ਜਪਿਆ ਤੇ ਹੈ ਹੀ ਨਹੀਂ, ਇਹਨੇ ਨਿਭਾਇਆ ਤੇ ਹੈ ਹੀ ਨਹੀਂ ਕਦੀ, ਬਸ ਬਾਹਰਲੀ ਪ੍ਰਕਿਰਿਆ ਰੱਖੀ ਹੈ, ਅੰਦਰ ਨਹੀਂ। ਇਸ ਕਰਕੇ ਮੈਂ ਬੇਨਤੀ ਕਰਾਂ, ਧਰਮ ਸੁੱਖ ਕਿਉਂ ਨਹੀਂ ਦੇ ਰਿਹਾ ਸੰਸਾਰ ਨੂੰ? ਧਾਰਮਿਕ ਬੰਦੇ ਇਸ ਵਿੱਚੋਂ ਆਨੰਦ ਕਿਉਂ ਨਹੀਂ ਲੈਂਦੇ? ਕਿਉਂਕਿ ਅਸੀਂ ਧਰਮ ਦਾ ਇੱਕੋ ਹੀ ਹਿੱਸਾ ਲੋਕਾਂ ਨੂੰ ਸਿਖਾ ਦਿੱਤਾ, ਮਰਿਆਦਾ, ਨੈਤਿਕਤਾ। ਇਸ ਤਰ੍ਹਾਂ ਉੱਠਣਾ ਹੈ, ਇਸ ਤਰ੍ਹਾਂ ਬਹਿਣਾ ਹੈ, ਕੱਪੜੇ ਇਸ ਤਰ੍ਹਾਂ ਪਾਉਣੇ ਨੇ, ਪੱਗ ਇਸ ਤਰ੍ਹਾਂ ਬੰਨ੍ਹਣੀ ਹੈ, ਵੇਖਣਾ ਇਸ ਤਰ੍ਹਾਂ ਹੈ, ਸੌਣਾ ਇਸ ਤਰ੍ਹਾਂ, ਇਹ ਤਾਂ ਸਿਖਾ ਦਿੱਤਾ ਹੈ। ਪਰ ਜਿਹਨੂੰ ਕਲਗੀਆਂ ਵਾਲੇ ਨੇ ਕਿਹਾ ਸੀ ਨਾ ਵੀ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ਼ ਮੈਂ ਰੰਚਕ ਨਾਹੀ ਭੇਦ। ਉਹ ਅੰਦਰਲਾ ਸ਼ਬਦ ਦਾ ਰਸ ਧਾਰਮਿਕ ਬੰਦੇ ਕੋਲ ਨਹੀਂ, ਫਿਰ ਇਹ ਬਾਹਰਲਾ ਵੀ ਰਿਐਕਸ਼ਨ ਕਰਦਾ ਹੈ, ਇਹ ਬਾਹਰਲਾ ਸਤਾ ਦਿੰਦਾ ਬੰਦੇ ਨੂੰ। ਜੇ ਅੰਦਰਲਾ ਨਾ ਆਇਆ, ਸੱਤ ਜਾਏਗਾ ਧਾਰਮਿਕ ਬੰਦਾ, ਕ੍ਰੋਧੀ ਹੋ ਜਾਏਗਾ। ਕਿਉਂਕਿ ਉਹ ਪਾਏਗਾ, ਉਹ ਮਹਿਸੂਸ ਕਰੇਗਾ ਵੀ ਜੋ ਜੋ ਸਾਨੂੰ ਸਿੱਖਿਆ ਦਿੱਤੀ ਗਈ ਮੈਂ ਸਾਰਾ ਕਰ ਲਿਆ ਹੈ। ਕੁਦਰਤੀ ਹੈ ਉਹ ਕ੍ਰੋਧੀ ਹੋਵੇ, ਦੁਖੀ ਹੋਵੇਗਾ। ਉਹ ਇਸ ਗੱਲ ਨੂੰ ਮਹਿਸੂਸ ਕਰੇਗਾ ਵੀ ਜੋ ਕੁਝ ਗੁਰਦੁਆਰੇ ਮੰਦਰ ਮਸਜਿਦ ਵਿੱਚ ਦੱਸਿਆ ਗਿਆ ਹੈ ਉਹਨੂੰ ਮੈਂ ਨਿਭਾਇਆ ਤੇ ਹੈ ਸਾਰੇ ਨੂੰ, ਪਰ ਮੈਨੂੰ ਆਨੰਦ ਤੇ ਮਿਲਿਆ ਕੋਈ ਨਹੀਂ। ਤੇ ਸਿਖਾਉਣ ਵਾਲਿਆਂ ਨੇ ਇਕੱਲੀ ਸਿਖਾਈ ਬਾਹਰਲੀ ਮਰਿਆਦਾ। ਉਹ ਚੰਗੀ ਸੀ, ਮੈਂ ਗੱਲ ਕਹਿ ਦਿਆਂ, ਇਹਦੇ ਮਤਲਬ ਇਹ ਨਾ ਸਮਝਣਾ ਵੀ ਮੈਂ ਬਾਹਰਲੀ ਮਰਿਆਦਾ ਨੂੰ ਕੰਡੇਮ ਜਾਂ ਉਹਨੂੰ ਕਹਿ ਰਿਹਾ ਵੀ ਨਹੀਂ ਚਾਹੀਦੀ। ਉਹ ਚਾਹੀਦੀ ਹੈ, ਉਹ ਬੜੀ ਜ਼ਰੂਰੀ ਹੈ। ਉਹਦੇ ਤੋਂ ਬਿਨਾਂ ਸਿੱਖ ਦੇ ਜੀਵਨ ਦੀ ਸ਼ੁਰੂਆਤ ਹੀ ਨਹੀਂ ਹੁੰਦੀ। ਪੰਜ ਕਕਾਰ ਬੜੇ ਜ਼ਰੂਰੀ ਨੇ, ਬਾਹਰਲਾ ਲਿਬਾਸ ਵੀ ਬੜਾ ਜ਼ਰੂਰੀ। ਪਰ ਜਦੋਂ ਅਸੀਂ ਇੱਥੋਂ ਤੱਕ ਸਿਖਾ ਦਿੱਤਾ ਤੇ ਸਾਡੇ ਅਨੁਯਾਈਆਂ ਨੇ, ਸਾਡੇ ਪਿੱਛੇ ਤੁਰਨ ਵਾਲਿਆਂ ਨੇ ਸਾਰਾ ਕੁਝ ਪਾ ਲਿਆ। ਇਹ ਤੇ ਵਿੱਚੋਂ ਕੱਢ ਹੀ ਦਿੱਤਾ ਵੀ ਕਲਗੀਆਂ ਵਾਲੇ ਨੇ ਕਿਹਾ ਸੀ ਵੀ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਸਵੀਰਾਂ ਵੀ ਸਾਰੀਆਂ ਜੋਸ਼ ਵਾਲੀਆਂ, ਗੱਲਾਂ ਵੀ ਸਾਰੀਆਂ ਕ੍ਰੋਧ ਵਾਲੀਆਂ, ਉਹ ਤੇ ਰਿਹਾ ਹੀ ਨਹੀਂ ਕਿਤੇ ਵਿੱਚ। ਫਿਰ ਹੋਏਗਾ ਕਿ ਫਿਰ ਸਾਡੇ ਪਿੱਛੇ ਤੁਰਨ ਵਾਲਾ ਆਵਾਮ ਤੇ ਅਨੁਯਾਈ ਆਨੰਦ ਨੂੰ ਪ੍ਰਾਪਤ ਨਹੀਂ ਹੋਣਗੇ। ਉਹਨਾਂ ਦੇ ਅੰਦਰ ਇੱਕ ਮਹਿਸੂਸ ਹੋ ਜਾਏਗਾ ਵੀ ਇਸ ਧਰਮ ਵਿੱਚ ਕੋਈ ਰਸ ਨਹੀਂ ਹੈ। ਸਹਿਜੇ ਸਹਿਜੇ ਉਹ ਨਾਸਤਿਕ ਜਾਂ ਥੋੜ੍ਹੇ ਜਿਹੇ ਬੱਝੇ ਰਹਿਣਗੇ। ਉਹ ਪਿਤਾ ਪੁਰਖੀ ਧਰਮ ਹੈ ਵੀ ਜੇ ਛੱਡੀਏ ਤਾਂ ਪਾਪ ਹੋ ਜਾਏਗਾ, ਮਿਲੇਗਾ ਉਹਨਾਂ ਨੂੰ ਕੁਝ ਨਹੀਂ। ਇਸ ਤਰ੍ਹਾਂ ਉਹਦਾ ਨੁਕਸਾਨ ਹੈ।
ਤਾਂ ਜਿਹੜੇ ਧਰਮ ਨੇ ਉਹ ਸਿਰਫ ਤੇ ਸਿਰਫ ਬਾਹਰੋਂ ਸਿਖਾ ਦਿੰਦੇ ਨੇ, ਅੰਦਰੋਂ ਨਹੀਂ ਸਿਖਾਉਂਦੇ। ਤੇ ਅੰਦਰ ਜਿੰਨਾ ਚਿਰ ਧਰਮ ਨਹੀਂ ਜਾਂਦਾ ਉਹਨਾਂ ਚਿਰ ਉਹਦਾ ਅਸਰ ਨਹੀਂ ਹੁੰਦਾ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰਾਂ ਨੇ ਇਹ ਬਚਨ ਕੀਤਾ ਵੀ ਸੰਨਿਆਸ ਕਰ ਇਸ ਤਰ੍ਹਾਂ ਦਾ, ਨਹੀਂ ਤੇ ਤੂੰ ਧੋਖਾ ਖਾ ਜਾਏਗਾ ਜ਼ਿੰਦਗੀ ਵਿੱਚ। ਬਚਨ ਕੀਤੇ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਵਿੱਚ ਤੂੰ ਉਦਾਸੀ ਧਾਰਨ ਕਰ ਲੈ, ਉਦਾਸ ਹੋ ਜਾ। ਇੱਕੋ ਹੀ ਦਵਾਈ ਹੈ ਸਾਰੇ ਜੀਵਨ ਦੀ, ਹੋਰ ਕੋਈ ਚੀਜ਼ ਕੰਮ ਨਹੀਂ ਕਰ ਸਕਦੀ ਜਿੰਨਾ ਚਿਰ ਤੂੰ ਮੌਤ ਦੇ ਬਿਲਕੁਲ ਨੇੜੇ ਨਹੀਂ ਚਲਾ ਜਾਂਦਾ ਜਿਉਂਦੇ ਜੀ। ਉਹਨਾਂ ਚਿਰ ਹੋਰ ਕਿਸੇ ਚੀਜ਼ ਨੇ ਤੈਨੂੰ ਉਦਾਸ ਨਹੀਂ ਹੋਣ ਦੇਣਾ, ਵੈਰਾਗੀ ਨਹੀਂ ਹੋਣ ਦੇਣਾ। ਮੌਤ ਦੇ ਆਉਣ ਤੋਂ ਪਹਿਲਾਂ ਤੂੰ ਮੌਤ ਦੇ ਨੇੜੇ ਚਲਾ ਜਾ, ਵੇਖ ਉਹਨੂੰ ਧਿਆਨ ਨਾਲ। ਜਿੰਨਾ ਚਿਰ ਤੂੰ ਮੌਤ ਵਿੱਚੋਂ ਨਹੀਂ ਗੁਜ਼ਰਦਾ ਉਹਨਾਂ ਚਿਰ ਤੂੰ ਉਦਾਸ ਨਹੀਂ ਹੁੰਦਾ। ਜਿੰਨਾ ਚਿਰ ਤੂੰ ਉਦਾਸ ਨਹੀਂ ਹੁੰਦਾ ਉਹਨਾਂ ਚਿਰ ਤੂੰ ਵੈਰਾਗੀ ਨਹੀਂ ਹੁੰਦਾ। ਜਿੰਨਾ ਚਿਰ ਵੈਰਾਗੀ ਨਹੀਂ ਹੁੰਦਾ ਉਹਨਾਂ ਚਿਰ ਸੰਸਾਰ ਨਹੀਂ ਛੁੱਟਦਾ, ਤੇ ਜਿੰਨਾ ਚਿਰ ਸੰਸਾਰ ਨਹੀਂ ਛੁੱਟਦਾ ਉਹਨਾਂ ਚਿਰ ਉਹਦੇ ਨਾਲ ਸੰਬੰਧ ਨਹੀਂ ਜੁੜਦਾ। ਇਹ ਚੀਜ਼ਾਂ ਜੁੜੀਆਂ ਹੋਈਆਂ ਨੇ। ਮੌਤ ਦੀ ਅੱਗ, ਅੱਗ ਦੇ ਕੰਮ ਕੀ ਨੇ? ਪਵਿੱਤਰ ਕਰਦੀ ਹੈ। ਅਗਨੀ ਜਿਹੜੀ ਹੈ, ਅਗਨੀ ਜਿਹੜੀ ਹੈ ਪਵਿੱਤਰ ਕਰਦੀ। ਤੇ ਮੌਤ ਦੀ ਇੱਕ ਅੱਗ ਬਾਹਰਲੀ ਹੈ ਜਿਹਦੇ ਨਾਲ ਧਾਤਾਂ ਸ਼ੁੱਧ ਕੀਤੀਆਂ ਜਾਂਦੀਆਂ, ਵੀ ਸੋਨੇ ਨੂੰ ਅੱਗ ਵਿੱਚ ਪਾਓ ਤੇ ਖੋਟ ਨਿਕਲ ਜਾਏਗਾ। ਇਸ ਤਰ੍ਹਾਂ ਮੌਤ ਦੀ ਯਾਦ ਦੀ ਅੱਗ ਅੰਦਰ ਬਲਦੀ ਰਹੇ, ਥੋੜ੍ਹੀ ਥੋੜ੍ਹੀ ਤੁਖੀ ਚੇਤਾ ਆਉਂਦਾ ਰਹੇ, ਤੇ ਉਹ ਅਗਨੀ ਬੰਦੇ ਦੇ ਮਨ ਦੀ ਖੋਟ ਨੂੰ ਖਤਮ ਕਰੇਗੀ, ਅੰਦਰੋਂ ਲਾਏਗੀ। ਹੋਰ ਕੋਈ ਤਰੀਕਾ ਨਹੀਂ। ਜੇ ਮੌਤ ਹੀ ਚੇਤੇ ਨਹੀਂ, ਜੋ ਮਰਜ਼ੀ ਕਰੋ, ਜਪ ਤਪ, ਕੋਈ ਕੰਮ ਨਹੀਂ ਦੇਗਾ। ਬੜੇ ਕਰਨੇ ਆ। ਤੁਸੀਂ ਵੇਖਿਆ ਹੋਵੇਗਾ ਕਿ ਬੰਦਾ 2-3 ਘੰਟੇ ਫਸਿਆ ਫਸਾਇਆ ਜਪ ਤਪ ਕਰਦਾ, ਬਸ ਉੱਥੋਂ ਉੱਠਣ ਦੀ ਦੇਰ ਹੈ, ਬਾਹਰ ਨਿਕਲਦਿਆਂ ਸਾਰ ਇੰਨੀਆਂ ਕਿਲਕਾਰੀਆਂ, ਇੰਨਾ ਬੋਲਣਾ, ਇੰਨਾ ਭੱਜਣਾ ਦੌੜਨਾ। ਇਹਦੇ ਅਰਥ ਕੀ ਨੇ? ਉਸ ਦੇ ਤੇ ਅਰਥ ਇਹ ਸਨ, ਜੇ ਤੇ ਨਸ਼ਾ ਪੀਤਾ ਸੀ ਤੇ ਮਦਹੋਸ਼ ਰਹਿੰਦਾ ਬੰਦਾ 1-2 ਘੰਟਾ, ਤੇ ਜੇ ਉਹ ਨਸ਼ਾ ਪੀਤਾ ਹੀ ਨਹੀਂ, ਉਹਦੇ ਆਲੇ ਦੁਆਲੇ ਘੁੰਮਦੇ ਰਹੇ, ਫਿਰ ਤੇ ਬੰਦਾ ਬੇਚੈਨ ਰਹੇਗਾ। ਇਸ ਕਰਕੇ ਮੌਤ ਦੀ ਯਾਦ ਸਦੀਵ ਕਾਲ ਵਾਸਤੇ ਬੰਦੇ ਨੂੰ ਧਾਰਮਿਕ ਬਣਾ ਸਕਦੀ, ਹੋਰ ਕੋਈ ਰਾਹ ਨਹੀਂ। ਤਾਂ ਸਤਿਗੁਰੂ ਨੇ ਅੱਜ ਦੇ ਬਚਨ ਕੀਤੇ ਨੇ, ਕਹਿਣ ਲੱਗੇ ਤੂੰ ਬ੍ਰਹਮ ਸਰੂਪ ਹੈ, ਤੇਰਾ ਸਰੂਪ ਬ੍ਰਹਮ ਹੈ। ਕਿ ਬ੍ਰਹਮੰ ਸਰੂਪ ਹੈ, ਤੇਰੇ ਅੰਦਰ ਬ੍ਰਹਮ ਸਰੂਪ ਦਾ ਮਤਲਬ ਮੈਂ ਇਸ ਵਿਸ਼ੇ ਤੇ ਬੋਲ ਰਿਹਾ ਸੀ ਕਿ ਬ੍ਰਹਮਚਾਰਜ ਦਾ ਅਰਥ ਇਹ ਹੈ, ਆਪਣੇ ਆਪ ਨੂੰ ਸੰਸਾਰ ਵਿੱਚ ਡੁੱਬਣ ਨਾ ਦੇਣਾ। ਇਕੱਲੇ ਸਰੀਰ ਕਰਕੇ ਨਹੀਂ, ਧਿਆਨ ਕਰਕੇ ਵੀ, ਸੁਰਤ ਕਰਕੇ ਵੀ। ਜਿਹਨੂੰ ਤੇਗ ਬਹਾਦਰ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜਿੱਦਣ ਤੂੰ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਇਹਦੇ ਵਿੱਚ ਸੌਂ ਗਿਆ, ਤੇਰਾ ਬ੍ਰਹਮਚਾਰਜ ਟੁੱਟ ਗਿਆ। ਭਾਵੇਂ ਤੂੰ ਉਸਤਤ ਵਾਸਤੇ ਸੌਂ ਗਿਆ, ਭਾਵੇਂ ਤੂੰ ਆਪਣੀ ਵਡਿਆਈ ਵਾਸਤੇ ਸੌਂ ਗਿਆ, ਭਾਵੇਂ ਤੂੰ ਕਿਸੇ ਦੀ ਈਰਖਾ ਵਸ ਹੋ ਕੇ ਸੌਂ ਗਿਆ, ਭਾਵੇਂ ਤੂੰ ਕਿਸੇ ਸੀਟ ਤੇ ਅਹੁਦੇ ਵਾਸਤੇ ਸੌਂ ਗਿਆ, ਬ੍ਰਹਮਚਾਰਜ ਭੰਗ ਹੋ ਗਿਆ। ਉਹ ਨਹੀਂ ਰਿਹਾ। ਫਿਰ ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਕਰਮ ਧਰਮ ਗਿਆ, ਉਸੇ ਵੇਲੇ ਖਤਮ ਹੋ ਗਿਆ, ਬ੍ਰਹਮਚਾਰਜ ਟੁੱਟ ਗਿਆ। ਇਸ ਕਰਕੇ ਸਿੱਖੀ ਦਾ ਬ੍ਰਹਮਚਾਰਜ ਸਰੀਰ ਤੱਕ ਸੀਮਤ ਨਹੀਂ ਹੈ, ਇਹ ਬੜੀ ਦੂਰ ਜਾਂਦਾ ਹੈ। ਤੇ ਸਤਿਗੁਰੂ ਨੇ ਅਗਲਾ ਗੁਣ ਅਕਾਲ ਪੁਰਖ ਦਾ ਉਚਾਰਨ ਕੀਤਾ, ਕਹਿੰਦੇ ਅਨੁਭਉ ਅਨੂਪੈ। ਅਨੁਭਉ ਦੇ ਅਰਥ ਨੇ, ਅਣ ਦਾ ਅਰਥ ਹੈ ਅਣੂ। ਇਹ ਸ਼ਬਦ ਪਹਿਲਾਂ ਵੀ ਆਇਆ ਜਾਪ ਸਾਹਿਬ ਦੇ ਆਰੰਭ ਵਿੱਚ। ਅਨੁਭਉ ਪ੍ਰਕਾਸ਼ ਅਮਤੋਜ ਕਹਿਜੈ।
ਅਨੁਭਵ ਦਾ ਅਰਥ ਹੈ ਤਜਰਬਾ, ਪ੍ਰਤੀਤੀ, ਫੀਲਿੰਗ, ਅਹਿਸਾਸ ਵਿੱਚ ਆ ਜਾਣੀ ਗੱਲ, ਮਾਣ ਲੈਣੀ ਕਿਸੇ ਚੀਜ਼ ਦੀ ਅਵਸਥਾ। ਤਾਂ ਇਹ ਜਿਹੜਾ ਅਨੁਭਵ ਹੈ, ਅਨ ਦਾ ਅਰਥ ਹੈ ਅਣੂ, ਅਣੂ ਦਾ ਅਰਥ ਹੈ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਦੇ ਬਿਲਕੁਲ ਬਰੀਕ ਅੰਸ਼, ਸ਼ਬਦ ਸਰੂਪ। ਵਿਗਿਆਨ ਨੇ ਉਸ ਅਣੂ ਨੂੰ ਲੱਭ ਲਿਆ, ਜਿਹਦੀ ਗੱਲ ਗੁਰੂ ਗੋਬਿੰਦ ਸਿੰਘ ਕਰ ਰਹੇ ਨੇ। ਅਨੁਭਵ, ਅਨੁਭਵ, ਭਵ ਦਾ ਅਰਥ ਹੈ ਪ੍ਰਤੀਤ ਕਰਨਾ, ਅਣ ਦਾ ਅਰਥ ਹੈ ਬਰੀਕ ਤੋਂ ਬਰੀਕ ਚੀਜ਼ ਨੂੰ ਪ੍ਰਤੀਤ ਕਰ ਲੈਣਾ। ਅਣੂ ਜਿਹੜਾ ਹੈ, ਆ ਤੁਸੀਂ ਸ਼ਬਦ ਵਰਤਦੇ ਹੋ, ਅਣੂ ਬੰਬ ਹੈ, ਐਟਮ ਬੰਬ ਕਹਿੰਦੇ, ਇਹ ਅਣੂਆਂ ਤੋਂ ਬਣਿਆ। ਜਿੰਨਾ ਵੀ ਵਿਗਿਆਨ, ਜਿੰਨੀ ਸਾਇੰਸ ਚੱਲ ਰਹੀ ਹੈ, ਤੁਹਾਡੇ ਮੋਬਾਈਲ ਚੱਲਦੇ ਨੇ, ਜੋ ਵੀ ਚੱਲਦਾ ਇਹ ਅਣੂਆਂ ਨਾਲ ਚੱਲ ਰਿਹਾ, ਉਹ ਬਰੀਕ ਅਣੂ ਜਿਹੜਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਵਿਗਿਆਨ ਲਿਖਿਆ ਹੋਇਆ, ਪਰ ਜੇ ਅਸੀਂ ਖੋਜਾਂਗੇ ਤਾਂ ਸਾਨੂੰ ਮਿਲੇਗਾ। ਸਾਰਾ ਜਿੰਨਾ ਸਾਇੰਸ ਹੈ ਉਹ ਇਹਦੇ ਵਿੱਚ ਲਿਖਿਆ, ਬਾਣੀ ਵਿੱਚ ਉਚਾਰਨ ਕੀਤਾ ਗਿਆ। ਤਾਂ ਜਿਹੜਾ ਬਰੀਕ ਤੋਂ ਬਰੀਕ ਅਣੂ ਹੈ, ਉਹਦਾ ਜਿਹੜਾ ਭਾਵ ਹੈ, ਉਹਦਾ ਜਿਹੜਾ ਤਜਰਬਾ ਹੈ, ਉਹਨੂੰ ਕਹਿੰਦੇ ਨੇ ਅਨੁਭਵ, ਅਨੂਪੈ। ਜਦੋਂ ਤੇਰਾ ਕਿਸੇ ਨੂੰ ਅਨੁਭਵ ਹੁੰਦਾ ਹੈ ਨਾ, ਜਦੋਂ ਤੈਨੂੰ ਕੋਈ ਮਾਣਦਾ ਹੈ, ਤੇਰੇ ਨਾਲ ਜੁੜ ਜਾਂਦਾ ਹੈ। ਅਨੂਪੈ ਦਾ ਅਰਥ ਹੈ ਉਹਦੇ ਤਜਰਬੇ ਦੀ ਉਪਮਾ ਨਹੀਂ ਕੀਤੀ ਜਾ ਸਕਦੀ ਵੀ ਉਹਨੂੰ ਕਿੰਨਾ ਕੁ ਰਸ ਮਿਲਦਾ ਹੈ ਇਸ ਰਾਹ ਦੇ ਉੱਤੇ। ਬੜਾ ਵੱਡਾ ਰਸ, ਬਹੁਤ ਵੱਡਾ ਆਨੰਦ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੇ ਪਾਇਆ। ਜਿਨ੍ਹਾਂ ਦਾ ਮਿਸ਼ਨ ਹੀ ਨਹੀਂ ਹੈ ਉਹਨੂੰ ਮਾਨਣ ਦਾ ਜਾਂ ਹੰਡਾਉਣ ਦਾ, ਉਹਨਾਂ ਦੇ ਵਾਸਤੇ ਇਹ ਕੁਝ ਵੀ ਨਹੀਂ, ਇਹ ਕਾਲਾ ਅਕਸ਼ਰ ਭੈਂਸ ਬਰਾਬਰ ਹੈ। ਉਹ ਹੀ ਸੌਂਦੇ ਨੇ ਗੁਰਦੁਆਰੇ ਵਿੱਚ, ਉਹਨਾਂ ਦਾ ਹੀ ਮਨ ਨਹੀਂ ਟਿਕਦਾ, ਜਿਨ੍ਹਾਂ ਦਾ ਕੋਈ ਨਿਸ਼ਾਨਾ ਨਹੀਂ ਹੈ। ਨੀਂਦ ਉਹਨਾਂ ਨੂੰ ਆਉਂਦੀ ਹੈ, ਮਨ ਉਹਨਾਂ ਦਾ ਹੀ ਕਾਲਾ ਆਉਂਦਾ, ਕਿਉਂਕਿ ਆਪਾਂ ਫਸੇ ਹੋਏ ਹਾਂ। ਬਾਹਰੀ ਤੌਰ 'ਤੇ ਬਾਣੀ ਪੜ੍ਹਨੀ ਸੁਣਨੀ ਪੈਣੀ, ਅੰਦਰ ਤੇ ਗੀਤ ਚੱਲਦੇ ਸੰਸਾਰ ਦੇ, ਅੰਦਰਲੀ ਦੁਨੀਆ ਤੇ ਹੋਰ ਹੈ। ਇਸ ਕਰਕੇ ਧਰਮ ਕਿਵੇਂ ਚੰਗਾ ਲੱਗੇਗਾ? ਫਿਰ ਕਹਿੰਦੇ ਧਰਮ ਵਿੱਚੋਂ ਸੁੱਖ ਨਹੀਂ ਮਿਲਦਾ। ਸੁੱਖ ਧਰਮ ਅੰਦਰ ਗਿਆ ਹੀ ਕੋਈ ਨਹੀਂ, ਇਹ ਤੇ ਪਖੰਡ ਹੈ ਸਾਰਾ। ਇਹ ਤਾਂ ਬਦਨਾਮੀ ਹੈ ਧਰਮ ਦੀ ਵੀ ਧਰਮੀ ਬੰਦਾ ਹੈ ਤੇ ਸੁਖੀ ਨਹੀਂ ਹੈ। ਧਰਮੀ ਹੈ ਹੀ ਨਹੀਂ ਤਾਂ ਸੁਖੀ ਨਹੀਂ ਹੈ। ਧਰਮ ਦਾ ਤੇ ਦੁੱਖ ਦਾ ਕੋਈ ਮੇਲ ਨਹੀਂ। ਜੇ ਤੁਹਾਨੂੰ ਬਾਹਰੋਂ ਲੱਗੇ ਵੀ ਧਾਰਮਿਕ ਬੰਦਾ ਦੁਖੀ ਹੈ, ਜੋ ਧਾਰਮਿਕ ਹੈ ਅੰਦਰੋਂ ਉਹਦੇ ਤੱਕ ਦੁੱਖ ਨਹੀਂ ਗਿਆ, ਜਾ ਹੀ ਨਹੀਂ ਸਕਦਾ। ਉਹ ਲੱਗੇਗਾ ਜ਼ਰੂਰ, ਇਹ ਲੱਗੇਗਾ ਵੀ ਹੈ, ਪਰ ਅਸਲ ਵਿੱਚ ਉਹ ਨਹੀਂ। ਇਸ ਲਈ ਜਦੋਂ ਅੰਦਰ ਸੰਸਾਰ ਤੇ ਬਾਹਰ ਧਰਮ, ਦੁੱਖ ਨੇ ਆਉਣਾ ਹੀ ਆਉਣਾ ਹੈ, ਸਗੋਂ ਜ਼ਿਆਦਾ ਆਵੇਗਾ, ਕਿਉਂਕਿ ਉਹ ਬੰਦਾ ਡਿਸਟਰਬ ਹੋ ਜਾਏਗਾ, ਵਿਪਕਸ਼ਿਤ। ਅੰਦਰੋਂ ਕੁਝ ਹੋਰ ਕਰਨਾ ਚਾਹੁੰਦਾ ਹੈ, ਬਾਹਰ ਪਾਬੰਦੀ ਲੱਗੀ ਹੋਈ ਹੈ, ਕੰਮ ਇਸ ਤਰ੍ਹਾਂ ਦਾ ਹੈ। ਤਾਂ ਇਸ ਤਰ੍ਹਾਂ ਕੋਈ ਆਨੰਦ ਦੀ ਪ੍ਰਾਪਤੀ ਨਹੀਂ। ਅਨੁਭਵ ਪ੍ਰਕਾਸ਼, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਅਨੁਭਵ ਅਨੂਪੈ। ਜਦੋਂ ਕੋਈ ਤੇਰੇ ਤਜਰਬੇ ਵਿੱਚ ਆਉਂਦਾ ਹੈ, ਤੈਨੂੰ ਕੋਈ ਪ੍ਰਤੀਤ ਕਰਦਾ ਹੈ, ਤੇ ਉਹਦੇ ਤਜਰਬੇ ਦੀ, ਉਹਦੀ ਪ੍ਰਾਪਤੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸਾਹਿਬ ਅੱਗੇ ਕਹਿੰਦੇ ਕਿ ਆਦ ਅਦੇਵ ਹੈ। ਤੂੰ ਆਦ ਦਾ ਅਰਥ ਸਭ ਤੋਂ ਮੁੱਢ ਤੋਂ ਹੈ, ਜਦੋਂ ਕੋਈ ਵੀ ਨਹੀਂ ਸੀ। ਅਦੇਵ, ਉਦੋਂ ਕੋਈ ਦੇਵਤਾ ਨਹੀਂ ਸੀ, ਕੋਈ ਅਵਤਾਰ ਨਹੀਂ ਸੀ, ਕੋਈ ਪੈਗੰਬਰ ਨਹੀਂ ਸੀ। ਜਦੋਂ ਦਾ ਤੂੰ ਹੈ, ਇਹ ਸਾਰੇ ਬਾਅਦ ਵਿੱਚ ਆਏ ਨੇ। ਇਸ ਲਈ ਆ ਇੱਕ ਰੌਲਾ ਬੜਾ ਪੈਂਦਾ ਹੈ ਵੀ ਫਲਾਣਾ ਦੇਵਤਾ ਫਲਾਣੇ ਦੇਵਤੇ ਦਾ ਅਵਤਾਰ ਹੈ, ਉਹਦੇ ਵਿੱਚੋਂ ਨਿਕਲਿਆ। ਮੈਂ ਆਪਣੇ ਵਿੱਚ ਵੀ ਸੁਣਿਆ ਵੀ ਇੱਥੋਂ ਤੱਕ ਲੋਕਾਂ ਨੇ ਜੋੜ ਦਿੱਤਾ ਵੀ ਗੁਰੂ ਨਾਨਕ ਵੀ ਕਿਸੇ ਦੇਵਤੇ ਦਾ ਅਵਤਾਰ ਹੈ, ਆਪੋ ਆਪਣੇ ਚੁਣੇ ਹੋਏ ਨੇ। ਜਾਂ ਇਹ ਵੀ ਕਹਾਣੀਆਂ ਸੁਣੀਆਂ ਨੇ ਵੀ ਇਹ ਪੰਜ ਪਿਆਰੇ ਜਿਹੜੇ ਨੇ, ਫਲਾਣਾ ਪਿਆਰਾ ਜਿਹੜਾ ਭਾਈ ਦਇਆ ਸਿੰਘ ਜੀ ਪਿਆਰੇ ਜਿਹੜੇ ਨੇ, ਉਹ ਫਲਾਣੇ ਦੇਵਤੇ ਦੇ ਅਵਤਾਰ ਸਨ, ਉਹਦੀ ਅੰਸ਼ ਅਵਤਾਰ ਹੋਏ ਨੇ, ਉਹ ਉਹਦੇ ਵਿੱਚੋਂ ਹੋਏ ਨੇ, ਉਹਦੇ ਵਿੱਚੋਂ ਹੋਏ ਨੇ। ਪਰ ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਵੇਖੋ ਵੀ ਇਹ ਸਾਰੇ ਅਵਤਾਰ, ਪੈਗੰਬਰ ਜਾਂ ਦੇਵਤੇ, ਇਹ ਕਿਹਦੇ ਅਵਤਾਰ ਨੇ, ਕਿਹਦੇ ਵਿੱਚੋਂ ਨਿਕਲੇ ਨੇ?
ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਵਾਬ ਮਿਲੇਗਾ, ਇਹਨਾਂ ਦੇ ਆਰੰਭ ਵਿੱਚ ਕੋਈ ਵੀ ਨਹੀਂ ਸੀ, ਸਾਰਿਆਂ ਦੇ ਆਰੰਭ ਵਿੱਚ ਸਿਰਫ ਅਕਾਲ ਪੁਰਖ ਸੀ। ਇਹ ਉਹਦੇ ਅਵਤਾਰ ਨੇ ਸਾਰੇ। ਆਦ ਅੰਤ ਇੱਕ ਹੈ ਅਵਤਾਰਾ, ਇੱਕ ਵਿੱਚੋਂ ਆਏ ਨੇ ਸਾਰੇ। ਕੋਈ ਕਿਸੇ ਦੇਵਤੇ ਦਾ, ਗੁਰੂ ਸਾਹਿਬ ਕਿਸੇ ਦੇਵਤੇ ਦੇ ਅਵਤਾਰ ਨਹੀਂ ਹਨ, ਨਾ ਕੋਈ ਪੰਜ ਪਿਆਰੇ ਕਿਸੇ ਹੋਰ ਦੇ ਅਵਤਾਰ ਨੇ। ਇੱਕ ਵਿੱਚੋਂ ਆਏ ਨੇ, ਇੱਕ ਵਿੱਚੋਂ ਨਿਕਲੇ ਨੇ। ਜਦੋਂ ਗੁਰੂ ਸਾਹਿਬ ਖੁਦ ਕਹਿ ਰਹੇ ਨੇ ਕਿ ਮੋਕੋ ਦਾਸ ਤਵਨ ਕਾ ਜਾਨੋ, ਫਿਰ ਉਹ ਕਿਸੇ ਵਿਸ਼ਨੂੰ ਦੇ ਕਿਹੜੇ ਅਵਤਾਰ ਹੋ ਸਕਦੇ ਨੇ? ਗੁਰੂ ਸਾਹਿਬ ਸ਼ਬਦ ਦੇ ਅਵਤਾਰ ਨੇ, ਔਰ ਸਾਰਾ ਸੰਸਾਰ ਹੀ ਸ਼ਬਦ ਦਾ ਅਵਤਾਰ ਹੈ। ਕਬੀਰ ਸਾਹਿਬ ਨੇ ਸਪਸ਼ਟ ਕਰ ਦਿੱਤਾ, ਕਹੋ ਕਬੀਰ ਇਹ ਰਾਮ ਕੀ ਅੰਸ਼। ਇਹ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ। ਤੇ ਰਾਮ ਦੇ ਅਰਥ ਨੇ ਰਮਿਆ ਹੋਇਆ, ਵਿਆਪਕ। ਅਕਾਲ ਪੁਰਖ ਜਿਹੜਾ ਸਮਾਇਆ ਹੋਇਆ, ਕਿਉਂਕਿ ਆਪੋ ਆਪਣੇ ਅਰਥ ਦੇ ਨਾਲ ਅਸੀਂ ਆਪਣੇ ਧਰਮ ਨੂੰ ਠੀਕ ਢੰਗ ਨਾਲ ਪੇਸ਼ ਨਹੀਂ ਕਰਦੇ, ਤੇ ਦੂਸਰੇ ਧਰਮਾਂ ਵਾਲੇ ਵੀ ਆਪੋ ਆਪਣੇ ਧਰਮ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰੀ ਜਾ ਰਹੇ ਨੇ। ਉਹ ਇਸ ਤੁਕ ਦੇ ਅਰਥ ਕਰਨਗੇ ਵੀ ਰਾਮ ਕੀ ਅੰਸ਼ ਦੇ ਅਰਥ ਕਰ ਦੇਣਗੇ, ਰਾਮਚੰਦਰ ਜੀ ਦੇ ਅਵਤਾਰ ਨੇ ਸਾਰੇ। ਤੇ ਅਸੀਂ ਚੁੱਪ ਕਰਕੇ ਸੁਣੀ ਜਾਵਾਂਗੇ ਸਟੇਜਾਂ ਦੇ ਉੱਤੇ ਵੱਡੇ ਵੱਡੇ ਲੋਕਾਂ ਨੂੰ ਬੁਲਾ ਕੇ, ਜਿਹੜੇ ਕਹਿ ਦੇਣਗੇ ਵੇਖੋ ਕਹੋ ਨਾਨਕੇ ਬਿਪਤ ਮੈਂ ਟੇਕ ਏਕ ਰਘੁਨਾਥ। ਰਘੁਨਾਥ ਦੇ ਅਰਥ ਕਰ ਦੇਣਗੇ ਰਾਮਚੰਦਰ, ਜਦ ਕਿ ਗੁਰਬਾਣੀ ਨੇ ਨਹੀਂ ਕਿਹਾ ਰਾਮਚੰਦਰ ਨੂੰ ਰਘੁਨਾਥ। ਉਹਦੇ ਵਿੱਚ ਰਾਮ ਤੇ ਰਘੁਨਾਥ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ। ਬਾਅਦ ਵਿੱਚ ਪਹਿਲਾਂ ਹੀ ਰੱਬ ਦਾ ਨਾਮ ਰਘੁਨਾਥ ਸੀ, ਰਾਮਚੰਦਰ ਬਾਅਦ ਵਿੱਚ ਪੈਦਾ ਹੋਏ। ਉਹਨਾਂ ਦੇ ਮਾਤਾ ਪਿਤਾ ਨੇ ਸ਼ੌਂਕ ਨਾਲ ਦਸ਼ਰਥ ਨੇ ਨਾਂ ਰੱਖ ਦਿੱਤਾ ਵੀ ਇਹ ਮੇਰੇ ਰਾਮਚੰਦਰ ਨੇ। ਜਿਵੇਂ ਕੋਈ ਅੱਜ ਪਿਆਰ ਨਾਲ ਕਿਸੇ ਦਾ ਨਾਮ ਨਾਨਕ ਸਿੰਘ ਰੱਖ ਦਿੰਦਾ ਹੈ, ਤਾਂ ਗੁਰੂ ਨਾਨਕ ਤਾਂ ਪਹਿਲਾਂ ਹੀ ਹੋ ਗਏ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਸਮਝੀਆਂ ਨੇ, ਉਹ ਅਸੀਂ ਆਪ ਹੀ ਕਰ ਰਹੇ ਹਾਂ, ਦੂਸਰੇ ਨਹੀਂ। ਤਾਂ ਕੋਈ ਕਿਸੇ ਦਾ ਅਵਤਾਰ ਨਹੀਂ। ਆਦ ਅਦੇਵ ਹੈ, ਤੂੰ ਉਦੋਂ ਤੋਂ ਹੈ ਜਦੋਂ ਕੋਈ ਅਵਤਾਰ, ਕੋਈ ਪੈਗੰਬਰ, ਕੋਈ ਦੇਵਤਾ ਨਹੀਂ ਸੀ। ਫਿਰ ਕਹਿੰਦੇ ਕਿ ਆਪ ਅਭੇਵ ਹੈ। ਭੇਵ ਕਹਿੰਦੇ ਨੇ ਭੇਤ। ਜਿਵੇਂ ਆਪਾਂ ਕਹਿੰਦੇ ਨਾ ਫਲਾਣੇ ਬੰਦੇ ਦਾ ਮੈਨੂੰ ਭੇਤ ਹੈ ਅੰਦਰੋਂ ਵੀ ਕਿਵੇਂ ਦਾ, ਮੈਂ ਜਾਣਦਾ ਉਸ ਨੂੰ, ਉਹਦੇ ਜੀਵਨ ਨੂੰ। ਸਤਿਗੁਰੂ ਕਹਿੰਦੇ ਹੈ ਅਕਾਲ ਪੁਰਖ ਜੀਓ, ਤੁਸੀਂ ਅਭੇਵ ਹੋ। ਤੁਸੀਂ ਕਿਵੇਂ ਸੰਸਾਰ ਬਣਾਇਆ ਤੇ ਅੱਗੋਂ ਕੀ ਕਰਨਾ ਚਾਹੁੰਦੇ ਹੋ ਕੋਈ ਨਹੀਂ ਜਾਣਦਾ। ਤੇਰਾ ਭੇਤ ਕਿਸੇ ਨੇ ਨਹੀਂ ਜਾਣਿਆ। ਐਵੇਂ ਕੋਈ ਡੀਂਗਾ ਮਾਰੀ ਜਾਏ ਅਗਲੇ ਸਾਲ ਇਹ ਹੋ ਜਾਏਗਾ। ਕਿੰਨੇ ਝੂਠ ਤੁਹਾਡੇ ਸਾਹਮਣੇ ਪ੍ਰਗਟ ਹੋਏ ਤੇ ਕਿੰਨੇ ਕੰਡੇਮ ਹੋ ਗਏ, ਨਹੀਂ ਹੋਇਆ ਉਸ ਤਰ੍ਹਾਂ। ਇਸ ਲਈ ਜੋਤਿਸ਼ ਇੱਕ ਵਿਦਿਆ ਹੈ, ਉਹਦੇ ਨਾਲ ਕੁਝ ਤਜਰਬੇ ਲਾਏ ਜਾ ਸਕਦੇ, ਥੋੜ੍ਹੇ ਜਿਹੇ, ਥੋੜ੍ਹੇ 1-1, 2-2% ਬਸ। ਕੋਈ ਜੋਤਿਸ਼ ਪੂਰਾ ਸੱਚ ਨਹੀਂ ਦੱਸ ਸਕਦੀ ਵੀ ਅਗਲੇ ਸਾਲ ਕੀ ਹੋਵੇਗਾ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਵੇਗਾ। ਕਿਉਂਕਿ ਕੁਦਰਤ ਅਕਾਲ ਪੁਰਖ ਵਾਹਿਗੁਰੂ ਇੰਨੀ ਸ਼ਕਤੀਸ਼ਾਲੀ ਪਾਵਰ ਹੈ ਕਿ ਜੋਤਿਸ਼ ਨੇ ਜਿਹਨੂੰ ਅੱਜ ਸਿੱਧ ਕੀਤਾ ਉਹ ਕੱਲ੍ਹ ਉਹਨੂੰ ਖਤਮ ਵੀ ਕਰ ਸਕਦਾ ਹੈ, ਬਦਲ ਦੇਗਾ। ਫਿਰ ਕੀ ਕਰੋਗੇ? ਜੇ ਕਿਹਾ ਵੀ ਤੁਹਾਡੀ ਜ਼ਿੰਦਗੀ ਵਿੱਚ ਇੰਨੇ ਸਾਲ ਇਹ ਚੱਲੇਗਾ ਤੇ ਫਿਰ ਰੱਬ ਦੀ ਕੀ ਮਰਜ਼ੀ, ਉਹਨੂੰ ਤਬਦੀਲ ਕਰਦਾ ਹੈ, ਫਿਰ ਕਿਵੇਂ ਹੋਵੇਗਾ? ਇਸ ਲਈ ਗੁਰੂ ਗ੍ਰੰਥ ਸਾਹਿਬ ਨੇ ਇਸ ਪੱਖ ਵਿੱਚ ਜੋਤਿਸ਼ ਨੂੰ ਇਉਂ ਕਹਿ ਲਈ ਵੀ ਇੱਕ ਵਿਦਿਆ ਹੈ, ਉਹ ਛੋਟੀ ਹੈ ਬਿਲਕੁਲ, ਉਹ ਪੂਰੀ ਨਹੀਂ ਉਤਰਦੀ ਜੀਵਨ ਦੇ ਉੱਤੇ। ਇਸ ਕਰਕੇ ਸਿੱਖ ਨੂੰ ਕਿਹਾ ਇਹਦੇ ਉੱਤੇ ਵਿਸ਼ਵਾਸ ਨਾ ਕਰੀ, ਵਿਸ਼ਵਾਸ ਕਰ ਸਿਰਫ ਇੱਕ ਤੇ, ਸੱਚ ਤੇ ਵਿਸ਼ਵਾਸ ਕਰ, ਜੋ ਤਬਦੀਲ ਵੀ ਕਰ ਸਕਦਾ, ਬਦਲ ਵੀ ਸਕਦਾ ਹੈ। ਇਸ ਕਰਕੇ ਕਹਿੰਦੇ ਆਪ ਕੇ ਆਪ ਅਭੇਵ ਹੈ। ਤੈਨੂੰ ਕਿਸੇ ਨੇ ਅੱਜ ਤੱਕ ਜਾਣਿਆ ਨਹੀਂ ਵੀ ਤੂੰ ਕੱਲ੍ਹ ਨੂੰ ਕੀ ਕਰੇਂਗਾ। ਤੂੰ ਆਪ ਹੀ ਆਪਣੇ ਆਪ ਨੂੰ ਜਾਣਨਾ ਹੈ। ਫਿਰ ਸਾਹਿਬ ਕਹਿੰਦੇ ਕਿ ਚਿਤਰੰਗ ਬੇਹੀਨੈ, ਤੂੰ ਚਿੱਤਰ ਤੋਂ ਬਿਨਾਂ ਹੈ, ਤੇਰਾ ਕੋਈ ਚਿੱਤਰ ਨਹੀਂ ਬਣਾ ਸਕਦਾ, ਤੇਰੀ ਕੋਈ ਤਸਵੀਰ ਨਹੀਂ ਬਣਾ ਸਕਦਾ। ਕਿ ਏਕੈ ਅਧੀਨੈ, ਤੂੰ ਆਪਣੇ ਅਧੀਨ ਸਿਰਫ ਆਪ ਹੈ, ਤੂੰ ਕਿਸੇ ਦੇ ਅਧੀਨ ਨਹੀਂ ਆਉਂਦਾ, ਤੂੰ ਕਿਸੇ ਦੀ ਪਰਵਾਹ ਨਹੀਂ ਕਰਦਾ। ਦੋ ਹੀ ਸ਼ਕਤੀਆਂ ਨੇ ਸੰਸਾਰ ਵਿੱਚ, ਇੱਕ ਰੱਬ,
ਇੱਕ ਰੱਬ ਨਾਲ ਜੁੜਿਆ ਹੋਇਆ ਮਨੁੱਖ, ਇਹ ਦੋਵੇਂ ਕਦੀ ਕਿਸੇ ਦੇ ਅਧੀਨ ਨਹੀਂ, ਕਿਸੇ ਦੇ ਥੱਲੇ ਨਹੀਂ ਆਉਂਦੇ। ਉਹ ਭਾਵੇਂ ਜੋ ਮਰਜ਼ੀ ਹੋ ਜਾਏ, ਅਧੀਨ ਨਹੀਂ ਰਹਿਣਗੇ। ਇਸ ਕਰਕੇ ਸੰਸਾਰੀਆਂ ਨਾਲ ਭਗਤਾਂ ਦਾ ਜੋੜ ਨਹੀਂ ਬਹਿੰਦਾ, ਕਿਉਂਕਿ ਸੰਸਾਰ ਦੀ ਇੱਕ ਬਿਰਤੀ ਹੈ, ਮਨੋਬਿਰਤੀ, ਉਹ ਰਜੋਗੁਣ ਵਿੱਚ ਜਿਉਂਦਾ ਹੈ। ਰਜੋਗੁਣ 3 ਗੁਣ ਨੇ ਨਾ, ਰਜ ਗੁਣ, ਤਮ ਗੁਣ, ਸਤਗੁਣ। ਇਹ ਤੇਰੀ ਸਭ ਮਾਇਆ। ਰਜੋ ਦਾ ਅਰਥ ਹੈ ਰੱਸੀ। ਜਿਹੜਾ ਬੰਦਾ ਰਜੋ ਗੁਣ ਵਿੱਚ ਜਿਉਂਦਾ ਹੈ, ਉਹਦਾ ਇੱਕ ਸੁਭਾਅ ਬਣ ਜਾਂਦਾ ਵੀ ਦੂਜਿਆਂ ਦੇ ਗਲ ਵਿੱਚ ਰੱਸੀ ਪਾ ਕੇ ਆਪਣੇ ਹੱਥ ਵਿੱਚ ਰੱਖਣੀ, ਗੁਲਾਮ ਰੱਖਣਾ ਸਾਰਿਆਂ ਨੂੰ। ਦੂਜਿਆਂ ਦੇ ਹੱਥ ਵਿੱਚ ਰੱਸੀ ਪਾ ਕੇ ਆਪਣੇ ਹੱਥ ਵਿੱਚ। ਤੇ ਜਿਹੜਾ ਰੱਬ ਦਾ ਪਿਆਰਾ ਹੈ, ਉਹਦੀ ਇੱਕ ਜ਼ਿੰਦਗੀ ਵਿੱਚ ਦੀ ਤਸਵੀਰ ਇੱਦਾਂ ਦੀ ਬਣ ਜਾਂਦੀ ਵੀ ਉਹਨੇ ਆਪਣੇ ਗਲ ਵਿੱਚ ਰੱਸੀ ਪਾ ਕੇ ਆਪਣੇ ਰੱਬ ਦੇ ਹੱਥ ਵਿੱਚ, ਗੁਰੂ ਦੇ ਹੱਥ ਵਿੱਚ ਫੜਾ ਦਿੱਤੀ ਹੈ। ਇਸ ਕਰਕੇ ਉਹ ਕਿਸੇ ਦੀ ਗੁਲਾਮੀ ਪਰਵਾਹ ਨਹੀਂ ਕਰਦਾ, ਕਿਸੇ ਦਾ ਗੁਲਾਮ ਨਹੀਂ ਹੈ। ਉਹ ਉਸ ਦਾ ਗੁਲਾਮ ਹੈ ਜਿਹੜਾ ਖੁਦ ਗੁਲਾਮ ਨਹੀਂ। ਇਸ ਕਰਕੇ ਗੁਲਾਮ ਤੇ ਉਹਦਾ ਹੀ ਹੋਣਾ ਚਾਹੀਦਾ ਜਿਹੜਾ ਖੁਦ ਆਜ਼ਾਦ ਹੈ, ਸੁਤੰਤਰ ਹੈ। ਜਿਹੜਾ ਆਪ ਹੀ ਗੁਲਾਮ ਹੈ, ਉਹਦੇ ਗੁਲਾਮ ਹੋ ਕੇ ਫਿਰ ਕੀ ਕਰਾਂਗੇ। ਇਸ ਕਰਕੇ ਹਜ਼ੂਰ ਕਹਿੰਦੇ ਕਿ ਏਕੈ ਅਧੀਨੈ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਰੋਜੀ ਕੇ ਰੋਜੀ ਰਜ਼ਾਕੈ। ਰੋਜੀ ਦੇਣ ਵਾਲਾ ਹੈ ਸਾਰਿਆਂ ਨੂੰ, ਜਿੰਨਿਆਂ ਨੂੰ ਤੂੰ ਪੈਦਾ ਕੀਤਾ ਹੈ, ਬਣਾਇਆ ਹੈ। ਆਦਮੀ ਵਾਸਤੇ ਇੰਨੀ ਲੰਬੀ ਉਮਰ ਵਾਸਤੇ ਰੋਜ਼ ਤੂੰ ਰੋਜੀ ਪੈਦਾ ਕੀਤੀ ਹੈ। ਵੀ ਇਹ ਖਾਏਗਾ ਕੀ, ਇਹ ਪਾਣੀ ਕਿੱਥੋਂ ਪੀਏਗਾ, ਸਭ ਮੋਹਰ ਲਾ ਦਿੱਤੀ, ਸਭ ਪ੍ਰਬੰਧ ਕਰ ਦਿੱਤਾ। ਨਹੀਂ ਤੇ ਸੰਸਾਰ ਵਿੱਚ ਭਾਵੇਂ ਕਿੰਨੇ ਪ੍ਰਬੰਧ ਨੇ, ਇੱਕ ਦਿਨ ਵਾਸਤੇ ਪ੍ਰਬੰਧ ਕਰੇਗੀ ਸਰਕਾਰ, 2 ਦਿਨ ਵਾਸਤੇ ਕਰ ਦੇਗੀ, ਪਰ ਜਨਮ ਤੋਂ ਲੈ ਕੇ ਮੌਤ ਤੱਕ ਦਾ ਪ੍ਰਬੰਧ ਰੋਜੀ ਦਾ, ਰਿਜ਼ਕ ਦਾ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਰੋਜੀ ਰਜ਼ਾਕੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਬੰਦੇ ਦੀ ਇਸ ਬਿਰਤੀ ਨੂੰ, ਇਹ ਤਾਂ ਸ਼ਬਦ ਆਏ ਨੇ ਗੁਰਬਾਣੀ ਵਿੱਚ ਵੀ ਰੋਜੀ ਦੇਣ ਵਾਲਾ ਹੈ, ਕਿਉਂਕਿ ਬੰਦੇ ਦੇ ਮਨ ਵਿੱਚ ਚਿੰਤਾ ਰਹਿੰਦੀ, ਰੋਜੀ ਕਿਵੇਂ ਚੱਲੇਗੀ, ਸੰਸਾਰ ਕਿਵੇਂ ਚੱਲੇਗਾ। ਇਹ ਚੀਜ਼ ਬੰਦੇ ਦੇ ਮਨ ਨੂੰ ਟਿਕਣ ਨਹੀਂ ਦਿੰਦੀ। ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਉਪਾਇਨ, ਤਿਨਾ ਵੀ ਰੋਜੀ ਦੇ। ਉਹਦੇ ਕੋਲ ਬਹੁਤ ਪ੍ਰਬੰਧ ਨੇ, ਕਿਹੜੇ ਤਰੀਕਿਆਂ ਨਾਲ, ਕਿਹੜੇ ਢੰਗ ਨਾਲ। ਕਈ ਵਾਰੀ ਤੁਸੀਂ ਵੇਖੋਗੇ ਕਿ ਛੋਟੇ ਛੋਟੇ ਬੱਚੇ ਹੁੰਦੇ, ਉਹਨਾਂ ਦਾ ਪਿਤਾ ਚੜ੍ਹਾਈ ਕਰ ਜਾਂਦਾ ਜਾਂ ਉਹਨਾਂ ਦੀ ਮਾਂ ਚੜ੍ਹਾਈ ਕਰ ਜਾਂਦੀ, ਬੜਾ ਦੁੱਖ ਦਾ ਸਮਾਂ ਬਣਦਾ ਹੈ। ਤੇ ਸੋਚਦਾ ਮਨੁੱਖ ਵੀ ਇਹ ਰੱਬ ਦਾ ਕਿਵੇਂ ਦਾ ਤਰੀਕਾ ਹੈ। ਪਰ ਸਮਾਂ ਲੰਘਣ ਤੋਂ ਬਾਅਦ ਉਹਨਾਂ ਬੱਚਿਆਂ ਦਾ ਪ੍ਰਬੰਧ ਕਿਵੇਂ ਚੱਲਦਾ ਹੈ, ਵੇਖ ਕੇ ਆਦਮੀ ਹੈਰਾਨ ਹੋ ਜਾਂਦਾ ਵੀ ਇਹਦਾ ਕੋਈ ਪਾਲਣ ਵਾਲਾ ਨਹੀਂ, ਤੇ ਬੱਚੇ ਇੰਨੀ ਉੱਚੀ ਥਾਂ ਤੇ ਪਹੁੰਚ ਗਏ, ਕਿਵੇਂ ਚਲੇ ਗਏ। ਸਾਨੂੰ ਉਹਦੇ ਹੱਥਾਂ ਦੇ ਵਿੱਚ ਜੀਵਨ ਛੱਡਣ ਦੀ ਜਾਚ ਹੀ ਨਹੀਂ ਆਈ, ਅਸੀਂ ਆਪ ਹੀ ਫੜਿਆ ਹੋਇਆ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਰੋਜੀ ਰਜ਼ਾਕੈ। ਤੇ ਦੂਜਾ ਗੁਣ ਕਿਆ, ਕਹਿੰਦੇ ਰਹੀਮੈ ਰਿਹਾਕੈ। ਰਹੀਮੈ ਦਾ ਅਰਥ ਹੈ ਤੂੰ ਰਹਿਮ ਕਰਨ ਵਾਲਾ ਹੈ, ਦਇਆ ਕਰਨ ਵਾਲਾ ਹੈ। ਰਿਹਾਕੈ ਦਾ ਅਰਥ ਹੈ ਰਿਹਾ ਕਰਨ ਵਾਲਾ ਹੈ। ਜਿਵੇਂ ਕਿਸੇ ਨੂੰ ਜਿੱਦਣ ਉਹ ਬਰੀ ਹੁੰਦਾ ਤਾਂ ਉਹਨੂੰ ਕਹਿੰਦੇ ਰਿਹਾ ਹੋ ਗਿਆ। ਇਹ ਰਿਹਾ ਸ਼ਬਦ ਜਿਹੜਾ ਅਰਬੀ ਦਾ, ਫਾਰਸੀ ਦਾ ਹੈ। ਰਿਹਾਕੈ, ਜਿਹੜਾ ਤੇਰੀ ਸ਼ਰਨ ਵਿੱਚ ਆਇਆ ਉਹਨੂੰ ਤੂੰ ਸੁਤੰਤਰ ਕਰ ਦਿੱਤਾ, ਉਹਨੂੰ ਤੂੰ ਰਿਹਾ ਕਰ ਦਿੱਤਾ, ਉਹਨੂੰ ਤੂੰ ਬੰਦ ਖਲਾਸੀ ਕਰ ਦਿੱਤੀ। ਇਸ ਸ਼ਬਦ ਦੇ ਹੋਰ ਬੜੇ ਗਹਿਰੇ 108 ਨੰਬਰ ਜਿਹੜਾ ਸ਼ੰਤ ਹੈ ਕਿ ਪਾਕ ਬੇਐਬ ਹੈ, ਕਿ ਗੈਬੁਲ ਗੈਬ ਹੈ, ਰਹੀਮੈ ਰਿਹਾਕੈ। ਕੱਲ੍ਹ ਨੂੰ ਯਤਨ ਕਰਾਂਗੇ, ਇਹਦਾ ਆਪਾਂ ਵਿਚਾਰ ਕਰਨ ਦਾ ਉਪਰਾਲਾ ਕਰਾਂਗੇ। ਸੋ ਇੰਨੀਆਂ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ 1-2 ਮਿੰਟ ਵਾਸਤੇ ਗੁਰੂ ਸ਼ਬਦ ਦਾ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ।